कि कोरोना की जो वैक्सीन है वो कदों आ रही है, की हो रहा है दुनिया भर दे विच ते नाल पंजाब दे विच सियासत दे विच की हो रहा है। गल ये है कि जदों कोई वैक्सीनेशन होवे फिर लोकां विच किते ना किते जिहड़ी भै जदों ये खास तौर ते इंसान ते जदों ये प्रैक्टिस करना तो ਉਹਦੇ वास्ते बहुत ज़्यादा ਤੁਹਾਨੂੰ बड़ा सोच समझ के फूक के कदम रखना ਹੁੰਦਾ। ਜਦੋਂ ਹਾਲਾਤ ਇਦਾਂ ਦੇ ਹੋਣ ਕਹਿੰਦੇ ਹੁੰਦੇ ਜਦੋਂ ਤੁਹਾਨੂੰ ਪਤਾ ਕਿ ਸਾਹਮਣੇ ਸੀਨੇ ਵਿੱਚ ਛੇਕ ਹੋਣਗੇ ਫਿਰ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ। ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਕਿ ਅਮਰੀਕਾ ਨੇ ਵੀ ਦਾਅਵਾ ਕੀਤਾ ਸੀ ਕਿ ਉਹਨਾਂ ਦੀ ਮੋਡਰਨਾ ਕੰਪਨੀ ਨੇ ਵੀ ਇਸ ਨੂੰ ਕਾਫੀ ਹੱਦ ਤੱਕ ਵੀ ਨੇੜੇ ਤੇੜੇ ਪਹੁੰਚ ਗਿਆ। ਫਿਰ ਬਾਅਦ 'ਚ ਇਹ ਆਇਆ ਕਿ ਰਸ਼ੀਆ ਨੇ ਵੀ ਹੁਣੇ ਕਿਹਾ ਕਿ ਅਸੀਂ ਇਸ ਦੇ ਵਿੱਚ ਕਾਫੀ ਹੱਦ ਤੱਕ ਸਫਲਤਾ ਪ੍ਰਾਪਤ ਕਰ ਲਈ ਹੈ। सत श्री अकाल, तुसीं देख रहे हो सांझा टीवी। मैं हाँ तुहाडे नाल अर्शदीप ते तुहाडा सारिਆਂ ਦਾ प्रोग्राम स्ट्रेट टॉक सिद्धी गल विच स्वागत है, जिथे असी हमेशा गलबात करते हैं ते अज भी असी गल करांगे करोना दे बारे कि करोना दी जो वैक्सीन है वो कदों आ रही है, की हो रहा है दुनिया भर दे विच ते नाल पंजाब दे विच सियासत दे विच की हो रहा है ते नाल असी नज़र मारांगे दुनिया भर दे विच की कुछ हो रहा है। ते अज मेरे नाल स्टूडियो दे विच पहुंचे हुए ने मिस्टर हरप्रीत सिंह धालीवाल जो कि सीनियर जर्नलिस्ट ने। आओ उन्हां दे नाल गलबात करते हैं ते उन्हां दा पहला स्वागत करते हैं। सो मिस्टर धालीवाल, स्वागत है तुहाडा। शुक्रिया अर्श जी, धन्यवाद जी। किवें हो, किवें चल रहा है? बहुत वधिया। अज तुसी पोनीटेल कीती है। बिल्कुल, कहते कि लाइफ दे विच चेंजेस होणियां चाहीदियां ने। जदों इक्को जी लाइफ हुंदी है ना फिर थोड़ा बोर होण लग जाईदा। जी जी बिल्कुल, पर जदों हुण लाइफ दे विच इक्को जी गल चल रही है, हुण 6 महीनਿਆਂ ਤੋਂ ਇੱਕੋ ਹੀ ਗੱਲ ਚੱਲ ਰਹੀ ਹੈ ਕਰੋਨਾ ਵਾਇਰਸ ਤੇ ਅਸੀਂ ਅੱਕ ਵੀ ਗਏ ਆ, ਥੋੜਾ ਜਿਹਾ ਭੁੱਲ ਵੀ ਗਏ ਆ। ਪਰ ਉਦੋਂ ਯਾਦ ਆ ਜਾਂਦਾ ਜਦੋਂ ਅਸੀਂ ਕਿਸੇ ਸਟੋਰ ਤੇ ਜਾਈਦਾ ਜਾਂ ਅਸੀਂ ਕਿਸੇ ਨੂੰ ਨੇੜਿਓਂ ਮਿਲੀਦਾ ਤਾਂ ਫਿਰ ਉਹ ਕਹਿੰਦੇ ਨਹੀਂ ਦੂਰੋਂ 2 ਮੀਟਰ ਦਾ ਜਿਹੜਾ ਫਾਸਲਾ ਬਣਾ ਕੇ ਰੱਖੋ, ਹਜੇ ਪਤਾ ਨਹੀਂ ਕਿੰਨਾ ਟਾਈਮ ਇਹ ਰਹਿਣਾ ਹੈਗਾ ਆ ਜਦੋਂ ਅਸੀਂ ਕਿਸੇ ਨੂੰ ਨਵਾਂ ਮਿਲਦੇ ਹੈਗੇ ਆ। ਸੋ ਇਹ ਚੀਜ਼ਾਂ ਹੁਣ ਅਸੀਂ ਯੂਜ਼ ਟੂ ਵੀ ਹੋ ਗਏ ਆ ਥੋੜਾ ਜਿਹਾ ਕਿ ਅਸੀਂ ਜਾਣਾ ਹੈ ਤਾਂ ਸਾਡੇ ਕੋਲ ਮਾਸਕ ਹੁੰਦਾ ਆ। ਜੇ ਅਸੀਂ ਭੁੱਲ ਵੀ ਜਾਂਦੇ ਆ ਕਿਤੇ ਨਾ ਕਿਤੇ ਅਸੀਂ ਬੈਗ ਦੇ ਵਿੱਚ ਜਾਂ ਅਸੀਂ ਆਪਣੀ ਜੇਬ ਦੇ ਵਿੱਚ ਰੱਖਿਆ ਹੁੰਦਾ ਮਾਸਕ ਕਿ ਅਸੀਂ ਮਾਸਕ ਪਾਉਣਾ ਹੈ, ਸੈਨੀਟਾਈਜ਼ਰ ਲਗਾਉਣਾ ਹੈਗਾ। ਤੇ ਉਹਦੇ ਨਾਲ ਜਿਹੜੀ ਗੱਲ ਹੈਗੀ ਆ ਵੈਕਸੀਨ ਦੀ, ਉਹ ਨਜ਼ਰਾਂ ਸਾਰਿਆਂ ਦੀਆਂ ਹਰ ਦੇਸ਼ ਤੇ ਆ ਵੀ ਕਿਹਨੇ ਕਦੋਂ ਕਰੋਨਾ ਵਾਇਰਸ ਦੀ ਵੈਕਸੀਨ ਕੱਢ ਲੈਣੀ ਆ, ਕੋਈ ਪਤਾ ਨਹੀਂ। ਡਾਕਟਰ ਫਾਊਚੀ ਨੇ ਜਿਹੜੇ ਟਾਪ ਡਾਕਟਰ ਹੈਗੇ ਨੇ ਅਮਰੀਕਾ ਦੇ, ਉਹ ਕਹਿ ਰਹੇ ਨੇ ਅਮਰੀਕਾ ਨੂੰ ਇਸ ਸਾਲ ਦੇ ਐਂਡ ਤੱਕ ਮਿਲ ਜੂਗੀ। WHO ਦੀ ਜਦੋਂ ਅਸੀਂ ਸੁਣਦੇ ਆ ਤਾਂ ਉਹ ਕਹਿ ਦਿੰਦੇ ਆ ਕਿ ਸ਼ਾਇਦ ਨਾ ਵੀ ਮਿਲੇ, ਕੋਈ ਪਤਾ ਨਹੀਂਗਾ। ਤੁਸੀਂ ਇਹ ਨਾ ਆਸ ਲਗਾਓ ਕਿ ਇਹਦੀ ਦਵਾਈ ਆ ਸਕਦੀ ਹੈਗੀ, ਸ਼ਾਇਦ ਨਾ ਵੀ ਮਿਲੇ, ਸ਼ਾਇਦ ਹੋ ਸਕਦਾ ਹੈ ਕਿ ਇਹਨੂੰ 18 ਮਹੀਨੇ 12 ਮਹੀਨੇ ਹੋਰ ਲੱਗ ਜਾਣ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਹੋ ਰਹੀਆਂ ਨੇ। ਕੈਨੇਡਾ ਨੇ ਵੀ ਇੱਕ ਟ੍ਰਾਇਲ ਸ਼ੁਰੂ ਕੀਤਾ ਹੈਗਾ, ਹਿਊਮਨ ਟ੍ਰਾਇਲ, ਪਲਾਂਟ ਬੇਸਡ ਵੈਕਸੀਨ ਉਹ ਬਣਾ ਰਹੇ ਹੈਗੇ ਆ। ਪਰ ਹੁਣ ਜਦੋਂ ਇਹ ਵੈਕਸੀਨ ਬਣ ਰਹੀ ਹੈਗੀ ਹੈ ਤੇ ਇਹ ਨਹੀਂ ਹੋ ਸਕਦਾ ਕਿ ਚੋਰੀ ਦੀਆਂ ਗੱਲਾਂ ਨਾ ਆਉਣ ਵਿੱਚ। ਸੋ ਅਮਰੀਕਾ ਨੇ, ਕੈਨੇਡਾ ਨੇ ਤੇ ਨਾਲ ਹੁਣ ਬ੍ਰਿਟੇਨ ਨੇ, ਇਹਨਾਂ ਨੇ ਇਹ ਦਾਅਵਾ ਕੀਤਾ ਕਿ ਰਸ਼ੀਆ ਜੋ ਸਾਈਬਰ ਅਟੈਕ ਦੇ ਲਈ ਜਾਣਿਆ ਜਾਂਦਾ, ਉਹ ਕਹਿੰਦੇ ਸਾਡਾ ਫਾਰਮੂਲਾ ਚੋਰੀ ਕਰ ਲਿਆ ਰਸ਼ੀਆ ਨੇ। ਜਿਹੜਾ APT29 ਦਾ ਹੈਕਰ ਦਾ ਜਿਹੜਾ ਗਰੁੱਪ ਹੈਗਾ ਆ, ਕੋਜ਼ੀ ਬੇਅਰ ਵੀ ਉਹਨੂੰ ਕਹਿੰਦੇ ਹੈਗੇ ਆ ਹੈਕਰ ਗਰੁੱਪ ਨੂੰ, ਉਹ ਗਰੁੱਪ ਤੇ ਇਲਜ਼ਾਮ ਲਗਾਇਆ ਜਾ ਰਿਹਾ ਕਿ ਉਹਨਾਂ ਨੇ ਸਾਡਾ ਫਾਰਮੂਲਾ ਚੋਰੀ ਕੀਤਾ ਹੈਗਾ ਆ ਤਾਂ ਰਸ਼ੀਆ ਜਿਹੜੀ ਵੈਕਸੀਨ ਬਣਾ ਰਹੀ ਹੈ ਸਾਡਾ ਫਾਰਮੂਲਾ ਚੋਰੀ ਕਰਕੇ ਬਣਾ ਰਹੀ ਹੈਗੀ। ਤੇ ਇਹਦੇ ਵਿੱਚੋਂ ਇੱਕ ਹੋਰ ਖਬਰਾਂ ਜਿਹੜੀਆਂ ਆ ਰਹੀਆਂ ਨੇ ਕਿ ਆਕਸਫੋਰਡ ਨੇ, ਬ੍ਰਿਟੇਨ ਦੀ ਜਿਹੜੀ ਕੰਪਨੀ ਹੈਗੀ ਹੈ, ਉਹਨੇ ਬ੍ਰਾਜ਼ੀਲ ਦੇ ਲੋਕਾਂ ਦੇ ਉੱਤੇ ਟੈਸਟ ਕੀਤਾ ਤੇ ਉਹਨਾਂ ਦਾ ਟੈਸਟ ਸਫਲ ਹੋ ਗਿਆ। ਸੋ ਪੂਰੀ ਖਬਰ ਦੱਸੋ ਸਾਨੂੰ ਕੀ ਹੈ। ਅਸਲ 'ਚ ਅਰਸ਼ੀ ਗੱਲ ਇਹ ਹੈ ਕਿ ਜਦੋਂ ਕਰੋਨਾ ਦੀ ਹੁਣ ਲਗਾਤਾਰ ਇਹ ਪ੍ਰਕੋਪ ਸਾਰੀ ਦੁਨੀਆ ਤੇ ਆ ਤਾਂ ਇਸ ਦੇ ਮਾਮਲੇ 'ਚ ਲਗਭਗ ਮੇਰੇ ਖਿਆਲ ਨਾਲ 100-150 ਕੰਪਨੀਜ਼ ਵੱਖ-ਵੱਖ ਮੁਲਕਾਂ ਦੇ ਵਿੱਚ ਇਸ ਦੇ ਹੱਲ ਵਾਸਤੇ ਔਰ ਇਸ ਤੇ ਲਗਾਤਾਰ ਐਕਸਪੈਰੀਮੈਂਟ ਕਰ ਰਹੇ ਆ। ਬਿਲਕੁਲ, ਜਦੋਂ ਇਹ ਖਾਸ ਤੌਰ ਤੇ ਇਨਸਾਨ ਤੇ ਜਦੋਂ ਇਹ ਪ੍ਰੈਕਟਿਸ ਕਰਨਾ ਤਾਂ ਉਹਦੇ ਵਾਸਤੇ ਬਹੁਤ ਜ਼ਿਆਦਾ ਤੁਹਾਨੂੰ ਬੜਾ ਸੋਚ ਸਮਝ ਕੇ ਫੂਕ ਕੇ ਕਦਮ ਰੱਖਣਾ ਹੁੰਦਾ। ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਕਿ ਅਮਰੀਕਾ ਨੇ ਵੀ ਦਾਅਵਾ ਕੀਤਾ ਸੀ ਕਿ ਉਹਨਾਂ ਦੀ ਮੋਡਰਨਾ ਕੰਪਨੀ ਨੇ ਵੀ ਇਸ ਨੂੰ ਕਾਫੀ ਹੱਦ ਤੱਕ ਵੀ ਨੇੜੇ ਤੇੜੇ ਪਹੁੰਚ ਗਿਆ। ਫਿਰ ਬਾਅਦ 'ਚ ਆਇਆ ਕਿ ਰਸ਼ੀਆ ਨੇ ਵੀ ਹੁਣੇ ਕਿਹਾ ਕਿ ਅਸੀਂ ਇਸ ਦੇ ਵਿੱਚ ਕਾਫੀ ਹੱਦ ਤੱਕ ਸਫਲਤਾ ਪ੍ਰਾਪਤ ਕਰ ਲਈ ਹੈ। ਜੀ, ਲੇਟੈਸਟ ਖਬਰ ਜਿਹੜੀ ਆ ਰਹੀ ਹੈ ਉਹ ਹੈ ਕਿ UK ਦੀ ਜਿਹੜੀ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਇਸ ਦੀ ਰਿਸਰਚ ਚੱਲ ਰਹੀ ਹੈ। ਨਾਲ ਇੰਡੀਆ ਦੀ ਐਸਟਰਾਜੈਨਿਕ ਜਿਹੜੀ ਕੰਪਨੀ ਹੈ, ਦੋਵਾਂ ਨੇ ਕਾਫੀ ਹੱਦ ਤੱਕ ਇਸ ਦਾ ਜਿਵੇਂ ਤੁਸੀਂ ਦੱਸਿਆ ਇਹਦਾ ਪ੍ਰੀਖਣ ਕੀਤਾ। ਪਹਿਲਾਂ ਸਟਾਰਟਿੰਗ 'ਚ ਕੁਝ ਬੰਦਿਆਂ ਨੇ ਕੀਤਾ, ਹੁਣ ਵੱਡੇ ਲੈਵਲ ਤੇ
ਜਿਹੜਾ ਕੀਤਾ ਹੈ। ਔਰ ਜੇਕਰ ਇਸ ਦਾ ਵੈਕਸੀਨੇਸ਼ਨ ਜਿੰਨੀ ਜਲਦੀ ਆ ਜਾਂਦੀ ਹੈ ਜੀ ਉਨੀ ਜਲਦੀ ਜਿੱਥੇ ਤਾਂ ਇੱਕ ਸਾਨੂੰ ਆਸ ਜੀ ਜਗ ਜਾਂਦੀ ਹੈ ਕਿ ਦੁਨੀਆ 'ਚ ਜਿਹੜੀ ਇਹ ਭਿਅੰਕਰ ਬਿਮਾਰੀ ਖਾਸ ਤੌਰ ਤੇ ਇੱਕ ਏਜ ਲਿਮਿਟ ਤੋਂ ਉੱਪਰ ਬਹੁਤ ਸਾਰਾ ਨੁਕਸਾਨ ਕਰ ਰਹੀ ਆ ਜੀ ਉਹਨਾਂ ਦਾ ਬਚਾਅ ਹੋ ਸਕਦਾ। ਦੂਸਰਾ ਗੱਲ ਇਹ ਹੈ ਕਿ ਜਦੋਂ ਕੋਈ ਵੈਕਸੀਨੇਸ਼ਨ ਹੋਵੇ ਫਿਰ ਲੋਕਾਂ ਵਿੱਚ ਕਿਤੇ ਨਾ ਕਿਤੇ ਜਿਹੜੀ ਇੱਕ ਭੈ ਜਿਹੜਾ ਇੱਕ ਡਰ ਜਿਹੜਾ ਬੈਠਿਆ ਹੋਇਆ ਉਹ ਵੀ ਕਿਤੇ ਨਾ ਕਿਤੇ ਘਟ ਸਕਦਾ। ਹੁਣ ਆਕਸਫੋਰਡ ਵੱਲੋਂ ਜਿਹੜਾ ਇਹ ਕੀਤਾ ਗਿਆ ਨਾਲ ਇੰਡੀਆ ਦੀ ਕੰਪਨੀਆਂ ਵੀ ਹੈਗੀ ਆ, ਉਸ ਦੇ ਆਉਣ ਦੇ ਨਾਲ ਦੋ ਗੱਲਾਂ ਸਪਸ਼ਟ ਨੇ ਜਿਹੜੀਆਂ ਹੁਣ ਤੱਕ ਆ ਰਹੇ ਨੇ ਕਿ ਜਿਹੜੇ 50% ਤਾਂ ਜਿਹੜੀ ਦਵਾਈ ਹੈ ਜੀ ਉਹ ਇੰਡੀਆ ਆਪਣੇ ਕੋਲ ਰੱਖੂਗਾ ਔਰ ਉਸ ਤੋਂ ਬਿਨਾਂ ਜਿਹੜੇ 50% ਹੈ ਜਿਹੜੀ ਬਾਕੀ ਦੇ ਲੋੜੀਂਦਾ ਮੁਲਕ ਨੇ ਉਹਨਾਂ ਨੂੰ ਇਹ ਦਿੱਤੀ ਜਾਊਗੀ, ਜਿਹੜੀਆਂ ਅਜੇ ਕਿਆ ਸਰਾਈਆਂ ਨੇ ਜਿਹੜੀਆਂ ਆਪਾਂ ਲਾਈਆਂ ਜਾ ਰਹੀਆਂ ਨੇ। ਪਰ ਦੂਜੇ ਪਾਸੇ ਕਿਉਂਕਿ ਇਹ ਇੱਕ ਵੈਕਸੀਨੇਸ਼ਨ ਇਸ ਤਰ੍ਹਾਂ ਦਾ ਜਿਹਨੇ ਸਾਰੀ ਦੁਨੀਆ ਡਰਾਤੀ, ਨਹੀਂ ਤਾਂ ਇੱਕ ਆਉਂਦਾ ਸੀਗਾ ਕੋਈ ਨਾ ਕੋਈ ਜਿਹੜੇ ਪਹਿਲਾਂ ਇਸ ਤਰ੍ਹਾਂ ਦੇ ਆਈਆਂ ਨੇ ਬਿਮਾਰੀਆਂ ਉਹ ਇੱਕ ਲਿਮਟਿਡ ਦੇਸ਼ਾਂ ਜਾਂ ਇੱਕ ਕੰਟੀਨੈਂਟ 'ਚ ਇਸ ਤਰੀਕੇ ਨਾਲ ਹੁੰਦੀਆਂ ਸੀਗੀਆਂ, ਪਰ ਇਹਨੇ ਤਾਂ ਲਗਭਗ 200 ਦੇ ਕਰੀਬ ਮੁਲਕ ਹੈ ਜਿਹੜਾ ਕੋਈ ਵੀ ਨਹੀਂ ਬੰਦਾ ਛੱਡਿਆ ਉਹਦੇ 'ਚ, ਕਿਤੇ ਵੀ ਇਸ ਤਰ੍ਹਾਂ ਦਾ ਨਹੀਂ। ਸੋ ਉਸ ਦੇ ਕਰਕੇ ਇੱਕ ਵਪਾਰ ਦੇ ਤੌਰ ਤੇ ਇਹਨੂੰ ਦੇਖਿਆ ਜਾ ਰਿਹਾ ਹੈ ਕਿ ਜਿਹੜਾ ਮੁਲਕ ਇਸ ਦਾ ਪਹਿਲਾਂ ਇਜਾਦ ਕਰ ਗਿਆ ਉਹਦੇ ਕੋਲ ਧਨ ਦੌਲਤ ਪੈਸਾ ਟਕਾ ਖਾਸਾ ਹੋ ਜਾਣਾ ਹੈ। ਉਸ ਕਰਕੇ ਜਿਹੜਾ ਨਵਾਂ ਦੋਸ਼ ਅਮਰੀਕਾ ਨੇ, ਕੈਨੇਡਾ ਨੇ ਤੇ ਯੂਕੇ ਨੇ ਇਸ ਗੱਲ ਦਾ ਲਾਇਆ ਕਿ ਰਸ਼ੀਅਨ ਕੰਪਨੀਆਂ ਨੇ ਇਹਨਾਂ ਦਾ ਜਿਹੜਾ ਫਾਰਮੂਲਾ ਹੈ ਉਸ ਨੂੰ ਚੋਰੀ ਕੀਤਾ ਤੇ ਉਸ ਦੇ ਉੱਤੇ ਜੋ ਸਾਰੇ ਅਸੀਂ ਐਕਸਪੈਰੀਮੈਂਟ ਕੀਤੇ ਸੀ ਉਹਨਾਂ ਤੇ ਉਹ ਆਪਣਾ ਅਧਿਕਾਰ ਜਮਾ ਕੇ ਕਿਤੇ ਨਾ ਕਿਤੇ ਇਸ ਦੇ ਵਿੱਚ ਸੇਂਧਮਾਰੀ ਕਰ ਰਿਹਾ ਹੈ। ਹੁਣ ਉਸ ਸੇਂਧਮਾਰੀ 'ਚ ਕਿੰਨਾ ਸੱਚ ਹੈ ਕਿੰਨਾ ਝੂਠ ਹੈ, ਚਲੋ ਆਪਾਂ ਨੂੰ ਤਾਂ ਐਜ਼ ਇੱਕ ਇਨਸਾਨ ਦੇ ਤੌਰ ਤੇ ਉਹ ਵੱਡੀਆਂ ਗੱਲਾਂ ਨੇ, ਉਹਨਾਂ ਦੇ ਮੁਲਕਾਂ ਦੀ ਇੱਕ ਦੂਸਰੇ ਤੇ ਦੋਸ਼ ਪ੍ਰਤੀਦੋਸ਼ ਲੱਗਣੇ ਜ਼ਰੂਰੀ ਨੇ। ਹਾਲਾਂਕਿ ਅਮਰੀਕਾ ਜਿੱਡਾ ਵੱਡਾ ਸਟਰੋਂਗ ਕੰਟਰੀ ਸੀ ਜੀ, ਜਿੱਡੀ ਵੱਡੀ ਵਰਲਡ ਪਾਵਰ ਸੀ, ਪਰ ਉਹਨਾਂ ਦੇ ਜਿਹੜੇ ਸਦਰ ਸਾਹਿਬ ਨੇ ਡੋਨਲਡ ਟਰੰਪ, ਜਿਸ ਤਰ੍ਹਾਂ ਦੀ ਉਹਨਾਂ ਨੇ ਬਿਆਨਬਾਜ਼ੀ ਆਪਣੇ ਪਿਛਲੇ ਕਾਰਜਕਾਲ ਦੇ ਦੌਰਾਨ ਕੀਤੀ ਆ, ਉੱਥੇ ਕਿਤੇ ਨਾ ਕਿਤੇ ਅਮਰੀਕਾ ਦਾ ਇੱਕ ਸਿਆਸੀ ਕੱਦ ਉਹ ਧੁੰਦਲਾ ਜ਼ਰੂਰ ਹੋਇਆ, ਜਿਹੜਾ ਪਹਿਲਾਂ ਨਹੀਂ ਸੀ ਇਹ ਕਦੇ ਹੋਇਆ ਕਰਦਾ। ਸਾਰੇ ਬੜੇ ਵੱਡਾ ਉਹਨਾਂ ਦਾ ਮੰਨਿਆ ਜਾਂਦਾ ਸੀ, ਪਰ ਹੁਣ ਜਦੋਂ ਆਉਂਦਾ ਹੈ ਜਾਂ ਉਸ ਦਾ ਕੀ ਨਤੀਜੇ ਨਿਕਲਦੇ ਨੇ ਇਹ ਗੱਲ ਵੱਖਰੀ ਹੈ। ਪਰ ਇਹ 'ਚ ਜਿਹੜੀ ਮੈਂ ਤੁਹਾਡੇ ਨਾਲ ਖਾਸ ਤੌਰ ਤੇ ਚਰਚਾ ਕਰਨੀ ਚਾਹੁੰਦਾ ਜੀ ਉਹ ਹੈਗੀ ਆ ਅਰਸ਼ ਕਿ ਜਦੋਂ ਹਾਲਾਤ ਇਦਾਂ ਦੇ ਹੋਣ, ਕਹਿੰਦੇ ਹੁੰਦੇ ਜਦੋਂ ਤੁਹਾਨੂੰ ਪਤਾ ਕਿ ਸਾਹਮਣੇ ਸੀਨੇ ਵਿੱਚ ਛੇਕ ਹੋਣਗੇ ਫਿਰ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ। ਇਸ ਵੇਲੇ ਦੁਨੀਆ ਦੇ ਵਿੱਚ ਕਰੋੜਾਂ ਲੋਕਾਂ ਨੂੰ ਬਚਾਉਣ ਵਾਸਤੇ ਜਿਹੜੇ ਵਲੰਟੀਅਰਸ 6000 ਯੂਕੇ ਤੋਂ 8000 ਬ੍ਰਾਜ਼ੀਲ ਤੋਂ ਜਿਹੜਾ ਵਲੰਟੀਅਰ ਆਇਆ ਹੈ, ਜਿਹੜੇ ਨੂੰ ਪਤਾ ਹੈ ਕਿ ਇਹ ਸਾਡੇ ਤੇ ਐਕਸਪੈਰੀਮੈਂਟ ਹੋਣਾ ਹੈ, ਉਹਨਾਂ ਨੂੰ ਪਤਾ ਹੈ ਕਿ ਇਹਦੇ ਸਾਈਡ ਇਫੈਕਟ ਬਹੁਤ ਮਾੜੇ ਹੋ ਸਕਦੇ ਆ, ਪਰ ਉਹ ਆਇਆ ਸਾਹਮਣੇ, ਉਹ ਆ ਕੇ ਕਹਿੰਦੇ ਵੀ ਹਾਂਜੀ ਅਸੀਂ ਰਾਜੀ ਹਾਂ, ਸਾਡੇ ਤੇ ਤੁਸੀਂ ਐਕਸਪੈਰੀਮੈਂਟ ਕਰੋ। ਉਹ ਉਹਨਾਂ ਨੂੰ ਸਲੂਟ ਆ ਉਹਨਾਂ ਲੋਕਾਂ ਨੂੰ ਜਿਹੜੇ ਇਨਸਾਨੀਅਤ ਵਾਸਤੇ ਕੰਮ ਕਰ ਰਹੇ ਇਸ ਤਰ੍ਹਾਂ ਦੇ। ਹੁਣ ਉਹਨਾਂ ਤੇ ਇਹ ਜਿਸ ਤਰੀਕੇ ਨਾਲ ਵੱਡੀ ਗਿਣਤੀ ਦੇ ਵਿੱਚ ਐਕਸਪੈਰੀਮੈਂਟ ਉਹਨਾਂ ਦਾ ਸਫਲ ਹੁੰਦਾ ਜਾ ਰਿਹਾ। ਹਾਲਾਂਕਿ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਹੋਣਾ ਹੈ ਬਹੁਤ ਸਾਰੇ ਪੋਸਟਰ ਵੀ ਆ ਗਏ ਵੀ ਚਾਈਨਾ ਨੇ ਕਿੰਨੀ ਕੁ ਬਣਾ ਲਈ ਜੀ ਦਵਾਈ, ਅਮਰੀਕਾ ਨੇ ਕਿੰਨੀ ਕੁ ਬਣਾ ਲਈ, ਜੋ ਇੰਜੈਕਸ਼ਨ ਜੇ ਬਣਾਏ ਹੋਏ ਆ। ਸੋ ਉਹ ਆਪੋ ਆਪਣਾ ਪ੍ਰਚਾਰ ਇੱਕ ਵੱਖਰੀ ਗੱਲ ਹੈ, ਪਰ ਜੇ ਇਹ ਜਾ ਜਾਂਦੀ ਹੈ ਸਤੰਬਰ ਦੇ ਨੇੜੇ ਤੇੜੇ ਆ ਜਾਂਦੀ ਹੈ, ਜਿਹੜਾ ਬਹੁਤ ਸਾਰਾ ਪ੍ਰਕੋਪ ਦੁਨੀਆ ਦੇ ਉੱਤੇ ਫੈਲਿਆ ਹੋਇਆ ਉਸ ਨੂੰ ਕਿਤੇ ਨਾ ਕਿਤੇ ਠੱਲ ਪੈਣ ਦੇ ਚਾਂਸ ਨੇ। ਅਦਰਵਾਈਜ਼ ਇੰਡੀਆ ਵਰਗਾ ਜਿਹੜਾ ਬਹੁਤ ਆਬਾਦੀ ਵਾਲਾ ਮੁਲਕ ਹੈ ਜਿੱਥੇ ਮਿਲੀਅਨ ਤੋਂ ਉੱਪਰ ਲੋਕ ਚਲੇ ਗਏ ਆ, ਜੇਕਰ ਇਹ ਨਾ ਰੁਕਿਆ ਤਾਂ ਇਹ ਕਈ ਮਿਲੀਅਨ ਹੋ ਸਕਦਾ। ਸੋ ਇਸ ਕਰਕੇ ਜਿੰਨਾ ਜਲਦੀ ਆ ਜੇ ਪਰਮਾਤਮਾ ਤੋਂ ਆਪਾਂ ਸੁੱਖ ਮੰਗੀਏ। ਜੀ ਬਿਲਕੁਲ, ਜਿਵੇਂ ਤੁਸੀਂ ਦੱਸਿਆ ਕਿ ਜਦੋਂ ਇਸ ਦੀ ਵੈਕਸੀਨ ਆਉਣੀ ਹੈਗੀ ਹੈ ਤਾਂ ਹਰੇਕ ਮੁਲਕ ਨੂੰ ਵੰਡੀ ਜਾਣੀ ਹੈ ਤੇ ਜਿਹਨੇ ਇਹਨੇ ਸਭ ਤੋਂ ਪਹਿਲਾਂ ਬਣਾ ਲਈ ਉਹ ਕਹਿਣਾ ਵੀ ਉਹਦੇ ਕੋਲ ਤਾਂ ਪੈਸੇ ਬਹੁਤ ਆ ਜਾਣੇ ਆ। ਹੁਣ ਸੋਚਿਆ ਜਾਵੇ ਗਰੀਬ ਮੁਲਕਾਂ ਦਾ ਕੀ ਹੋਊਗਾ, ਜਿਹੜੇ ਗਰੀਬ ਮੁਲਕ ਹੈਗੇ ਆ ਜਿਨ੍ਹਾਂ ਦੇ ਕੋਲੇ ਖਾਣ ਪੀਣ ਨੂੰ ਕੁਝ ਹੈ ਨਹੀਂਗਾ, ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਨੂੰ ਰੋਟੀ ਪਾਣੀ ਕਿੱਥੋਂ ਮਿਲਣਾ ਹੈਗਾ ਹੈ। ਉਹਨਾਂ ਦੇ ਬੱਚੇ ਜਿਹੜੇ ਭੁੱਖਮਰੀ ਦੇ ਨਾਲ ਮਰ ਰਹੇ ਹੈਗੇ ਨੇ, ਕਈ ਅਸੀਂ ਖਬਰਾਂ ਸੁਣਦੇ ਹੈਗੇ ਆ ਕਿ ਬੱਚੇ ਉੱਥੇ ਮਿੱਟੀ ਖਾ ਕੇ, ਪੱਕੀ ਹੋਈ ਮਿੱਟੀ ਖਾ ਕੇ ਗੁਜ਼ਾਰਾ ਕਰ ਰਹੇ ਹੈਗੇ ਨੇ। ਉਹਨਾਂ ਦੇਸ਼ਾਂ ਦਾ ਕੀ ਹੋਣਾ ਆ, ਉਹਨਾਂ ਦੇਸ਼ਾਂ ਦੇ ਵਿੱਚ ਕੀ ਹੋਊਗਾ। ਫਿਰ UN ਜਿਹੜਾ ਯੂਨਾਈਟਿਡ ਨੇਸ਼ਨਸ ਹੈ ਜਿਹੜਾ ਇਹਨਾਂ ਸਾਰੇ ਦੇਸ਼ਾਂ ਦਾ ਖਿਆਲ ਰੱਖਦਾ ਹੈਗਾ ਆ, ਉਹਨਾਂ ਨੇ ਇੱਕ ਪੂਰਾ ਲੋਕਾਂ ਨਾਲ ਸਾਰੇ ਦੇਸ਼ਾਂ ਦੇ ਨਾਲ ਬੈਠ ਕੇ ਮੀਟਿੰਗ ਕੀਤੀ ਹੈਗੀ ਆ। ਸਾਰੇ ਦੇਸ਼ ਪੈਸੇ ਦੇ ਰਹੇ ਨੇ। ਹੁਣ ਇਹ ਹੈ ਕਿ ਜਦੋਂ ਇਹ ਵੈਕਸੀਨ ਆਊਗੀ ਤਾਂ ਸਾਰੇ ਦੇਸ਼ਾਂ ਨੂੰ ਵੰਡੀ ਜਾਵੇ, ਇਹੀ
ਇਹ ਆਪਾਂ ਕਹਿ ਸਕਦੇ ਹੈਗੇ ਕਿ ਹਰ ਕਿਸੇ ਕੋਲ ਜਾਵੇ ਤੇ ਹਰ ਕੋਈ ਜਿਹੜਾ ਅਸੀਂ ਛੇਤੀ ਤੋਂ ਛੇਤੀ ਇਹ ਸੁਣੀਏ ਕਿ ਕਰੋਨਾ ਵਾਇਰਸ ਹੁਣ ਹੈ ਨਹੀਂ, ਕਿਤੇ ਵੀ ਹੈ ਨਹੀਂ। ਸੋ ਕਰੋਨਾ ਵਾਇਰਸ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ। ਇਲਾਜ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਹੁਣ ਇਸ ਸਮੇਂ ਦੇ ਵਿੱਚ ਉਹਦਾ ਇਲਾਜ ਤਾਂ ਹੈ ਨਹੀਂ, ਪਰ ਫਿਰ ਵੀ ਲੋਕ ਜਿਹੜੇ ਹਸਪੀਟਲ ਦੇ ਵਿੱਚ ਜਾ ਰਹੇ ਹੈਗੇ ਨੇ ਉਹਨਾਂ ਨੂੰ ਇਲਾਜ ਦੀ ਲੋੜ ਹੈਗੀ ਹੈ। ਹੁਣ ਅਸੀਂ ਜਿਹੜੇ ਮੁਲਕਾਂ ਦੇ ਵਿੱਚ ਰਹਿ ਰਹੇ ਹੈਗੇ ਆ, ਅਸੀਂ ਸਪੈਸ਼ਲੀ ਕੈਨੇਡਾ ਦੀ ਗੱਲ ਕਰੀਏ, ਸਭ ਕੁਝ ਫ੍ਰੀ ਹੈਗਾ, ਸਾਨੂੰ ਕੁਝ ਪੇ ਨਹੀਂ ਕਰਨਾ ਪੈਂਦਾ। ਅਸੀਂ ਜਾਣਦੇ ਹਾਂ ਹਸਪੀਟਲ ਦੇ ਵਿੱਚੋਂ ਸਾਨੂੰ ਐਵਰੀ ਮੰਥ ਜਿਹੜਾ MSP ਦੇਣੀ ਪੈਂਦੀ ਹੁੰਦੀ ਸੀ, ਹੁਣ ਉਹ ਵੀ ਨਹੀਂ ਦੇਣੀ ਪੈਂਦੀ ਹੈਗੀ। ਸੋ ਜਿਹੜੀ ਇਹ ਕੇਅਰ ਹੈਗੀ ਉਹ ਸਾਨੂੰ ਫ੍ਰੀ ਦਿੱਤੀ ਜਾ ਰਹੀ ਹੈਗੀ ਹੈ। ਪਰ ਹੁਣ ਅਸੀਂ ਅਮਰੀਕਾ 'ਚ ਗੱਲ ਕਰੀਏ, ਉੱਥੇ ਵੀ ਮਹਿੰਗਾ ਹੈਗਾ, ਖਾਸ ਕਰਕੇ ਭਾਰਤ ਦੀ ਗੱਲ ਕਰੀਏ ਤੇ ਭਾਰਤ ਦੇ ਵਿੱਚ ਵੀ ਬਹੁਤ ਮਹਿੰਗਾਈ ਹੈਗੀ ਹੈ। ਜੇ ਅਸੀਂ ਹਸਪੀਟਲ ਦੇ ਵਿੱਚ ਜਾਂਦੇ, ਬੰਦਾ ਦੂਰੋਂ ਹੀ ਡਰ ਜਾਂਦਾ, ਹਸਪਤਾਲ ਦਾ ਨਾਮ ਸੁਣ ਕੇ ਡਰ ਜਾਂਦਾ ਵੀ ਹੁਣ ਜਾਣਾ ਪੈਣਾ ਹਸਪੀਟਲ ਦੇ ਵਿੱਚ। ਹਸਪੀਟਲ 'ਚ ਤਾਂ ਕਹਿੰਦੇ ਹੁੰਦੇ ਰੱਬ ਕਿਸੇ ਦੇ ਦੁਸ਼ਮਣ ਨੂੰ ਵੀ ਨਾ ਭੇਜੇ। ਸੋ ਹੁਣ ਉੱਥੇ ਕੀ ਸਥਿਤੀ ਹੈ, ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਜਦੋਂ ਅਸੀਂ ਜਾਂਦੇ ਹੈਗੇ ਆ ਹਸਪੀਟਲ ਦੇ ਵਿੱਚ, ਖਾਸ ਕਰਕੇ ਕਰੋਨਾ ਦੇ ਇਲਾਜ ਨੂੰ ਬਹੁਤ ਵੱਡੇ ਵੱਡੇ ਬਿੱਲ ਤੁਹਾਡੇ ਹੱਥ ਦੇ ਵਿੱਚ ਫੜਾ ਦਿੱਤੇ ਜਾਂਦੇ ਨੇ ਤੇ ਉਸ ਨੂੰ ਦੇਖ ਕੇ ਹੀ ਮੈਨੂੰ ਲੱਗਦਾ ਉਹ ਕਹਿੰਦੇ ਕਰੋਨਾ ਵਾਇਰਸ ਹੀ ਹੋਇਆ ਰਵੇ, ਸਾਨੂੰ ਜਾਣ ਦੀ ਲੋੜ ਨਹੀਂ ਹੈਗੀ। ਸੋ ਬਹੁਤ ਚੀਜ਼ਾਂ ਜਿਹੜੀਆਂ ਨੇ, ਹੁਣ ਕੀ ਸਥਿਤੀ ਹੈ ਇਸ ਹਸਪੀਟਲਸ ਦੀ ਉੱਥੇ ਪੰਜਾਬ ਦੇ ਵਿੱਚ? ਇਹ ਇੱਕ ਨਵਾਂ ਫੈਸਲਾ ਅਰਸ਼ ਜੀ ਆਇਆ ਹੈ, ਜਿਸ ਦੇ ਵਿੱਚ ਪੰਜਾਬ ਸਰਕਾਰ ਨੇ ਚਲੋ ਦੇਰ ਆਏ ਦਰੁਸਤ ਆਏ, ਵੈਸੇ ਤਾਂ ਬੜੀ ਦੇਰ ਪਹਿਲਾਂ ਫੈਸਲਾ ਲੈ ਲੈਣਾ ਚਾਹੀਦਾ ਸੀ। ਕਰੋਨਾ ਦੀ ਮਾਰ ਆਪਾਂ ਨੂੰ ਪਤਾ ਹੈ ਕਿ 21 ਦੇ ਕਰੀਬ ਫਰਵਰੀ ਜਾਂ ਮਾਰਚ ਦੇ ਵਿੱਚ ਜਾ ਕੇ ਪੂਰਨ ਰੂਪ ਵਿੱਚ ਲਾਕਡਾਊਨ ਕਰ ਦਿੱਤਾ ਗਿਆ ਸੀ। ਉਸ ਵੇਲੇ ਚਾਹੀਦਾ ਸੀ, ਕਿਉਂਕਿ ਸਾਡੇ ਤਾਂ ਮੌਕਾ ਪ੍ਰਸਤ ਲੋਕ ਨੇ, ਅਸੀਂ ਦੇਸ਼ ਦੇ ਪ੍ਰਤੀ ਪਿਆਰ ਕਰਨ ਵਾਲੇ ਲੋਕ ਨਹੀਂ ਹਾਂ। ਅਸੀਂ ਤਾਂ ਮੌਕੇ ਨੂੰ ਲੁੱਟ ਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਜਿਹੜੀਆਂ ਵੀ ਸੰਸਥਾਵਾਂ ਨੇ, ਚਾਹੇ ਧਾਰਮਿਕ ਨੇ, ਚਾਹੇ ਰਾਜਨੀਤਿਕ ਨੇ, ਜਾਂ ਫਿਰ ਸਿਹਤ ਦੇ ਨਾਲ ਜੁੜੀਆਂ ਹੋਈਆਂ ਵੀ ਸੰਸਥਾਵਾਂ ਨੇ, ਇਹ ਆਪਣੀ ਅਸਲੀਅਤ ਉਸ ਵੇਲੇ ਦਿਖਾਉਂਦੀਆਂ ਨੇ। ਕਹਿੰਦੇ ਹੁੰਦੇ ਕਿਸੇ ਦਾ ਕਰੈਕਟਰ ਦੇਖਣਾ ਹੋਵੇ ਨਾ, ਉਹ ਫਿਰ ਜਦੋਂ ਮਾੜੇ ਸਮੇਂ ਦੇ ਵਿੱਚ ਹੁੰਦਾ ਉਦੋਂ ਦੇਖਣਾ ਹੁੰਦਾ ਕਿ ਉਹਦੀ ਸਟੇਬਿਲਿਟੀ ਕਿੱਦਾਂ ਦੀ ਹੈ। ਸੋ ਇਹ ਹੋਇਆ ਕਿ ਜਦੋਂ ਕਰੋਨਾ ਵਾਇਰਸ ਦਾ ਇਹ ਪ੍ਰਕੋਪ ਹੋਣਾ ਸ਼ੁਰੂ ਹੋਇਆ, ਪਹਿਲਾਂ ਤਾਂ ਨਿੱਜੀ ਹਸਪਤਾਲ ਜਿਹੜੇ ਕਰੋੜਾਂ ਰੁਪਈਆ ਕਮਾਉਂਦੇ ਸੀ, ਉਹਨਾਂ ਨੇ ਆਪਣੇ ਦਰਵਾਜ਼ੇ ਕਰਤੇ ਬੰਦ। ਕਹਿੰਦੇ ਜੀ ਅਸੀਂ ਨਹੀਂ ਕਰੋਨਾ ਵਾਲਾ ਕੋਈ ਮਰੀਜ਼ ਲੈਣਾ, ਸਾਨੂੰ ਨਾ ਹੋ ਜੇ। ਫਿਰ ਇਹ ਗੱਲਾਂ ਸਰਕਾਰ ਤੱਕ ਪਹੁੰਚੀਆਂ। ਮੁੱਖ ਮੰਤਰੀ ਨੇ ਫਿਰ ਸਖਤੀ ਨਾਲ ਕਿਹਾ ਕਿ ਇਹਨਾਂ ਨੂੰ ਹਸਪਤਾਲ ਖੋਲ੍ਹਣੇ ਪੈਣੇ, ਜੇ ਨਹੀਂ ਖੋਲ੍ਹਣਗੇ ਤਾਂ ਇਹਨਾਂ ਦੇ ਖਿਲਾਫ ਫਿਰ ਅਸੀਂ ਸਖਤ ਕਾਰਵਾਈ ਕਰਾਂਗੇ। ਪਰ ਉਸ ਸਾਰੀ ਚੀਜ਼ ਤੋਂ ਬਾਅਦ ਚੋਂ ਬੜਾ ਵਕਫਾ ਨਿਕਲ ਗਿਆ। 2-2.5 ਮਹੀਨੇ ਇਸ ਤਰੀਕੇ ਨਾਲ ਨਿਕਲੇ। ਲੋਕਾਂ ਨੇ ਪ੍ਰਾਈਵੇਟ ਹਸਪਤਾਲਾਂ 'ਚ ਜਾਣਾ ਸ਼ੁਰੂ ਕੀਤਾ। ਅਰਸ਼ ਜੀ, ਮੇਰਾ ਉੱਥੇ ਇੱਕ ਨਿੱਜੀ ਇਹ ਤਜਰਬਾ ਹੈ। ਮੇਰੇ ਮਿੱਤਰ ਨੇ ਪਟਿਆਲਾ ਤੋਂ, ਉਹਨਾਂ ਦੇ ਅੱਗੇ ਬੰਦਿਆਂ ਨੂੰ ਕਰੋਨਾ ਵਾਇਰਸ ਹੋਇਆ ਤਾਂ ਉਹਨਾਂ ਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ 9.5 ਲੱਖ ਰੁਪਏ ਤੋਂ ਉੱਪਰ ਦਾ ਬਿੱਲ ਦੇਣਾ ਪੈ ਗਿਆ। ਆਖੇ ਮੂਸਾ ਭੱਜਿਆ ਮੌਤ ਤੋਂ, ਅੱਗੇ ਮੌਤ ਖੜੀ। ਜਿਹੜਾ ਗਰੀਬ ਬੰਦਾ, ਜਿਹੜਾ ਹੈਂਡ ਟੂ ਮਾਊਥ ਬੰਦਾ, ਇਸ ਵੇਲੇ ਲੱਕ ਟੁੱਟਿਆ ਹੈ ਇਕਨੋਮੀ ਦਾ, ਉਹ ਇੱਥੋਂ ਤਾਂ ਔਖਾ ਸੌਖਾ ਹੋ ਕੇ ਹਸਪੀਟਲ ਜਾਂਦਾ, ਉਹ ਹਸਪੀਟਲ ਦੇ ਬਿੱਲ ਨਹੀਂ ਮਾਰ ਦੇਣਾ ਉਹ ਤਾਂ ਸਾਰੀ ਉਮਰ ਉੱਥੇ ਲੱਗ ਜਾਣੀ ਹੈ। ਉਹ ਸਾਰੀ ਚੀਜ਼ ਦੀਆਂ ਖਬਰਾਂ ਸਰਕਾਰ ਤੱਕ ਜਾਂਦੀਆਂ ਸੀ। ਹੁਣ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਜਿਹੜੀਆਂ ਲੁੱਟ ਖਸੁੱਟ ਪ੍ਰਾਈਵੇਟ ਹਸਪੀਟਲ ਨੇ ਮਚਾਈ ਹੋਈ ਸੀ, ਅਸੀਂ ਵੈਸੇ ਤਾਂ ਰੱਬ ਦਾ ਰੂਪ ਮੰਨਦੇ ਆ ਇੱਥੇ, ਜਦੋਂ ਆਪਾਂ ਕਹਿੰਦੇ ਆ ਕਿ ਫਰੰਟ ਲਾਈਨ ਤੇ ਜਦੋਂ ਡਾਕਟਰ ਕੰਮ ਕਰਦੇ ਆ, ਰੱਬ ਦਾ ਦੂਜਾ ਰੂਪ ਨੇ। ਪਰ ਜਿਹੜੇ ਉਹਨਾਂ ਦੇ ਮਾਲਕ ਬੈਠੇ ਆ, ਉੱਥੇ ਦੀ ਲੁਧਿਆਣਾ ਇੱਕ ਅੰਮ੍ਰਿਤਸਰ ਦੀ ਲੈਬੋਰਟਰੀ ਸੀ, ਉਹ ਲੈਬੋਰਟਰੀ ਦੇ ਵਿੱਚ ਕੀ ਕੁਛ ਹੁੰਦਾ ਸੀ, ਲੋਕਾਂ ਨੂੰ ਸ਼ਿਕਾਰ ਬਣਾ ਕੇ ਲਿਆਂਦਾ ਜਾਂਦਾ ਸੀ। ਜਿਹੜਾ ਕੋਈ ਬੰਦੇ ਦਾ ਰਸੂਖ ਦੇਖਿਆ ਜਾਵੇ ਵੀ ਚੰਗੇ ਪਰਿਵਾਰ ਦਾ, ਜੇ ਉਹ ਨੈਗੇਟਿਵ ਵੀ ਹੁੰਦਾ ਸੀ ਉਹਨੂੰ ਪੋਜ਼ਿਟਿਵ ਬਣਾਇਆ ਜਾਂਦਾ ਸੀ। ਫਿਰ ਪਾਰਟੀਕੂਲਰ ਇੱਕ ਹਸਪੀਟਲ 'ਚ ਰਿਕਮੈਂਡ ਕੀਤਾ ਜਾਂਦਾ ਸੀ ਵੀ ਆਹ ਹਸਪੀਟਲ ਹੈ, ਜੇ ਤੁਹਾਨੂੰ ਬਚਾ ਸਕਦਾ। ਬੰਦਾ ਜਦੋਂ ਇਸ ਵੇਲੇ ਫਸਿਆ ਹੁੰਦਾ, ਫਿਰ ਮਜਬੂਰੀ 'ਚ ਸਾਰੇ ਫੈਸਲੇ ਲੈਂਦਾ। ਸੋ ਸਰਕਾਰ ਨੇ ਹੁਣ ਇਹ ਕਿਹਾ ਕਿ ਇੱਕ ਦਿਨ ਦੇ ਵਿੱਚ ਜਿਹਨੂੰ ਆਕਸੀਜਨ ਦੀ ਲੋੜ ਹੈ ਜਾਂ ਜਿਹਨੂੰ ਪਾਰਟੀਕੂਲਰ, ਉਹਦੇ ਇੱਕ ਰੇਟ ਫਿਕਸ ਕੀਤੇ ਆ ਵੀ ਉੱਥੇ ਲੁੱਟ ਖਸੁੱਟ ਨਹੀਂ ਹੋਣੀ ਚਾਹੀਦੀ, ਤਾਂ ਜੋ ਜਿਹੜੇ ਲੋਕ ਨੇ ਜਿਹੜੇ ਇੱਕ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲਾਂ ਦੇ ਬਰਾਬਰ, ਉਹਨਾਂ ਨੂੰ ਕੋਈ ਐਂ ਨਾ ਲੱਗੇ ਕਿ ਯਾਰ ਮੈਂ ਮਰਦਾ, ਮੈਂ ਫਲਾਣੇ 'ਚ ਜਾਵਾਂ, ਚਾਹੇ ਮਰਦਾ ਮਰ ਜਾਵਾਂ, ਪਰ ਪੈਸੇ ਨਾ ਦੇਣੇ ਪੈਣ। ਸੋ ਇਹ ਸਰਕਾਰ ਦਾ ਫੈਸਲਾ ਹੈ। ਇਸ ਗੱਲ ਦਾ ਸਾਨੂੰ ਮੇਰੇ ਖਿਆਲ ਨਾਲ ਸਵਾਗਤ ਕਰਨਾ ਚਾਹੀਦਾ ਔਰ ਦੇਖਦੇ ਆ ਨਤੀਜੇ ਅੱਗੇ ਜਾ ਕੇ ਕੀ ਨਿਕਲਦੇ। ਜੀ ਬਿਲਕੁਲ, ਜਿਵੇਂ ਤੁਸੀਂ ਦੱਸਿਆ ਕਿ ਮਜਬੂਰੀ ਤਾਂ ਮੌਤ ਤੋਂ ਭੈੜੀ ਹੁੰਦੀ ਹੈ, ਕਿ ਜੇ ਕਿਸੇ ਨੂੰ ਮਜਬੂਰੀ ਨਾ ਆਵੇ ਮੌਤ, ਤਾਂ ਫਿਰ ਵੀ ਬੰਦਾ ਮਰ ਜਾਂਦਾ ਹੈ। ਉਹਨੂੰ ਇੱਕ ਵਾਰੀ ਇਹ ਤਾਂ ਹੈ ਵੀ ਮਰ ਗਿਆ ਹੈਗਾ ਇੱਕ ਵਾਰ, ਮਜਬੂਰੀ ਨਹੀਂ ਪੈਣੀ ਚਾਹੀਦੀ ਕਿਸੇ ਨੂੰ। ਹੁਣ ਕਰੋਨਾ ਵਾਇਰਸ ਦੀ ਜੇ ਅਸੀਂ ਜੜ ਦੀ ਗੱਲ ਕਰੀਏ ਤਾਂ ਚੀਨ ਨੂੰ ਅਸੀਂ ਸਾਰੇ ਜ਼ਿੰਮੇਵਾਰ ਠਹਿਰਾ ਰਹੇ ਹੈਗੇ ਆ ਕਿ ਚੀਨ ਤੋਂ ਜਿਹੜਾ ਇਹ ਆਇਆ, ਚੀਨ ਦੀ ਮਾਰਕੀਟ ਤੋਂ ਆਇਆ, ਚੀਨ ਦੀ ਲੈਬੋਰਟਰੀ ਤੋਂ ਆਇਆ, ਸਾਨੂੰ ਨਹੀਂ ਪਤਾ, ਪਰ ਆਇਆ ਚੀਨ ਤੋਂ।
ਜੀ ਚਾਈਨਾ ਜਿਹੜਾ ਸੈਂਟਰ ਜਿਹੜਾ ਹੈਗਾ ਆ ਤੇ ਜੋ ਪਹਿਲਾਂ ਜਿੱਥੇ ਕਿਹਾ ਗਿਆ ਸੀ ਬਹੁਤ ਸਾਰੇ ਕੇਸ ਹੈ, ਹਜੇ ਸਾਨੂੰ ਸਿੱਧਾ ਡੇਟਾ ਵੀ ਨਹੀਂ ਪਤਾ ਵੀ ਕਿੰਨੇ ਕੁ ਕੇਸ ਹੈਗੇ ਆ, ਕਿ ਚੀਨ ਦੀ ਜਿਹੜੀ ਕਮਿਊਨਿਸਟ ਪਾਰਟੀ ਹੈਗੀ ਆ ਉਹ ਦੱਸ ਹੀ ਨਹੀਂ ਰਹੀ ਕਿ ਕੀ ਕੁਝ ਹੋ ਰਿਹਾ ਉੱਥੇ, ਤੇ ਉਹ ਜਦੋਂ ਦੂਜੇ ਦੇਸ਼ਾਂ ਦੇ ਵਿੱਚ ਫੈਲ ਗਿਆ ਤਾਂ ਉੱਥੇ ਖਤਮ ਹੋ ਗਿਆ ਅਚਾਨਕ, ਉੱਥੇ ਕਰੋਨਾ ਵਾਇਰਸ ਹੈ ਹੀ ਨਹੀਂ। ਫਿਰ ਹੋਰ ਖਬਰਾਂ ਆਈਆਂ ਕਿ ਹੋਰ ਉਹਦੇ ਨਾਲ ਦਾ ਵਾਇਰਸ ਆ ਗਿਆ, ਡਿਫਰੈਂਟ ਤਰ੍ਹਾਂ ਦੇ ਵਾਇਰਸ ਫੈਲ ਗਏ ਹੈਗੇ ਆ, ਪਰ ਹੁਣ ਇਹ ਨਹੀਂ ਪਤਾ ਕਿ ਕੀ ਕੁਝ ਹੋ ਰਿਹਾ। WHO ਨੇ ਕਿਹਾ ਕਿ ਅਸੀਂ ਟੀਮ ਭੇਜਣੀ ਹੈ, ਪਹਿਲਾਂ ਭੇਜੀ ਨਹੀਂ ਗਈ, ਹੁਣ ਆਖਿਰ ਜਾ ਰਹੀ ਹੈਗੀ ਹੈ ਟੀਮ, ਉੱਥੇ ਜਾ ਕੇ ਦੇਖੇਗੀ ਕਿ ਕਿੱਥੋਂ ਆਇਆ ਵਾਇਰਸ, ਕਿਵੇਂ ਹੋਇਆ, ਕੀ ਹੋਏਗਾ। ਹੁਣ ਇਹ ਸਾਰੀਆਂ ਗੱਲਾਂ ਤਾਂ ਦੂਜੀ ਗੱਲ ਹੈਗੀ ਹੈ, ਪਰ ਚੀਨ ਨੂੰ ਇੱਕ ਵਾਰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ। ਸਾਡੇ ਡੋਨਲਡ ਟਰੰਪ ਨੇ ਜਿਹੜੇ ਰਾਸ਼ਟਰਪਤੀ ਅਮਰੀਕਾ ਦੇ, ਉਹ ਚਾਈਨੀਜ਼ ਵਾਇਰਸ ਕਹਿੰਦੇ ਨੇ ਇਹਨੂੰ, ਚਾਈਨਾ ਨੂੰ ਕਹਿੰਦੇ ਨੇ ਕਿ ਇਹ, WHO ਨੂੰ ਵੀ ਕਹਿੰਦੇ ਨੇ ਕਿ ਇਹ ਚਾਈਨਾ ਦੀ ਕਠਪੁਤਲੀ ਹੈਗੀ ਹੈ, ਜਿਵੇਂ ਚਾਈਨਾ ਕਹਿੰਦਾ ਆ ਉਵੇਂ ਨੱਚੀ ਜਾਂਦੇ ਹੈਗੇ ਆ। ਸੋ ਬਹੁਤ ਸਾਰੀਆਂ ਚੀਜ਼ਾਂ ਨੇ, ਤੇ ਚਾਈਨਾ ਦੀ ਜਦੋਂ ਭਾਰਤ ਦੇ ਨਾਲ ਹੁਣ ਅਸੀਂ ਦੇਖਿਆ ਹੈਗਾ, ਜਦੋਂ ਜੰਗ ਹੋਈ ਹੈਗੀ ਆ ਉਹਦੇ ਵਿੱਚ ਸਾਡੇ ਫੌਜੀ ਸ਼ਹੀਦ ਹੋਏ ਨੇ, ਉਸ ਤੋਂ ਬਾਅਦ ਤੋਂ ਲੈ ਕੇ ਜਿਹੜਾ ਮਾਮਲਾ ਹੈ ਹੋਰ ਗਰਮਾ ਗਿਆ। ਚੀਨ ਹੋਰ ਜਿਹੜਾ ਦੁਨੀਆ ਦੀ ਨਜ਼ਰਾਂ ਦੇ ਵਿੱਚ ਆ ਗਿਆ ਕਿ ਚਾਈਨਾ ਭੈੜਾ ਹੈਗਾ ਆ, ਇਦਾਂ ਆ। ਤੇ ਭਾਰਤ ਨੇ ਜਦੋਂ ਐਕਸ਼ਨ ਲਿਆ, ਕਿਉਂਕਿ ਅਸੀਂ ਦੇਖਦੇ ਹਾਂ ਕਿ ਅਸੀਂ ਜਿਹੜੀਆਂ ਐਪਸ ਚਲਾਉਂਦੇ ਆ ਉਹ ਜ਼ਿਆਦਾਤਰ ਚਾਈਨੀਜ਼ ਨੇ, ਚਾਈਨੀਜ਼ ਐਪ ਨੇ, ਚਾਈਨੀਜ਼ ਫੋਨ ਨੇ, ਚਾਈਨਾ ਸਮਾਨ ਸਸਤਾ ਹੁੰਦਾ, ਲੇਬਰ ਸਸਤੀ ਆ, ਉੱਥੋਂ ਚੀਜ਼ਾਂ ਸਸਤੀਆਂ ਆਉਂਦੀਆਂ ਨੇ, ਤੇ ਹਰ ਕੋਈ ਚਾਈਨਾ ਤੋਂ ਚੀਜ਼ ਲੈ ਕੇ ਆਉਣਾ ਜਿਹੜਾ ਉਹ ਕਹਿੰਦਾ ਹੈਗਾ ਕਿ ਅਸੀਂ ਚਾਈਨਾ ਦੇ ਉੱਤੋਂ ਮੰਗਾ ਲਾਂਗੇ, ਸਾਨੂੰ ਬਹੁਤ ਸਸਤਾ ਪੈਂਦਾ ਹੈਗਾ। ਹੁਣ ਐਪਸ ਦੀ ਜੇ ਗੱਲ ਕਰੀਏ ਤਾਂ ਪਿੱਛੇ ਜੇ ਇੱਕ ਫੈਸਲਾ ਆਇਆ ਸੀ ਭਾਰਤ ਸਰਕਾਰ ਦੇ ਵੱਲੋਂ ਕਿ ਚਾਈਨੀਜ਼ ਐਪ ਜਿਹੜੀਆਂ ਨੇ ਉਹ ਬੰਦ ਕੀਤੀਆਂ ਜਾਣਗੀਆਂ, ਚਾਹੇ ਉਹ 59 ਐਪ ਸੀਗੀਆਂ, ਬਹੁਤ ਸਾਰੀਆਂ ਐਪ ਸੀਗੀਆਂ, ਚਾਹੇ ਉਹ ਕੱਪੜੇ ਮੰਗਾਉਣ ਵਾਲੀ ਐਪ ਸੀਗੀ, ਚਾਹੇ ਉਹ ਟਿਕਟੌਕ ਜਿਹੜੀ ਕਿ ਬਹੁਤ ਹੀ ਫੇਮਸ ਐਪ ਹੈਗੀ ਆ। ਬਾਕੀ ਐਪਸ ਦਾ ਹਜੇ ਜ਼ਿਕਰ ਘੱਟ ਹੁੰਦਾ ਸਾਡੀਆਂ ਗੱਲਾਂ ਦੇ ਵਿੱਚ, ਭਾਰਤੀ ਬੜੇ ਲੱਗੇ ਹੋਏ ਸੀ, ਉਹਦੇ ਕੰਮ ਲਾਏ ਹੋਏ ਸੀ। ਬਿਲਕੁਲ, ਹੋਰ ਐਪਸ ਦਾ ਜ਼ਿਕਰ ਹਜੇ ਘੱਟ ਹੁੰਦਾ, ਚਾਹੇ ਉਹ ਵੀ ਇੰਪੋਰਟੈਂਟ ਐਪਸ ਸੀਗੀਆਂ, ਪਰ ਟਿਕਟੌਕ ਜਿਹੜੀ ਹੈਗੀ ਆ ਉਹਨੇ ਬਹੁਤ ਜਣਿਆਂ ਦਾ ਦਿਲ ਤੋੜਿਆ ਆ, ਖਾਸ ਕਰਕੇ ਭਾਰਤ ਦੇ ਵਿੱਚ। ਤੇ ਹੁਣ ਅਸੀਂ ਕਹਿੰਦੇ ਆ ਕਿ ਭਾਰਤ ਦੇ ਵਿੱਚ ਬੰਦ ਹੋਈ ਆ, ਫਿਰ ਅਮਰੀਕਾ ਦੇ ਵਿੱਚ ਕਿੰਨੇ ਲੋਕ ਉਹਨੂੰ ਯੂਜ਼ ਕਰਦੇ, ਫਿਰ ਅਮਰੀਕਾ ਉੱਤੇ ਵੀ ਦਬਾਅ ਬਣਿਆ ਹੋਇਆ ਕਿ ਤੁਸੀਂ ਵੀ ਬੰਦ ਕਰੋ, ਕਿ ਤੁਹਾਨੂੰ ਵੀ ਬੰਦ ਕਰਨੀ ਚਾਹੀਦੀ ਹੈ ਇਹ ਐਪ। ਪਰ ਹੁਣ ਉੱਥੇ ਭਾਰਤ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਬੰਦ ਕੀਤਾ। ਵਿਦੇਸ਼ ਮੰਤਰੀ ਮਾਈਕ ਪੋਂਪੀਓ, ਉਹਨਾਂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਅਸੀਂ ਕਹਿੰਦੇ ਆ ਤੁਸੀਂ ਜੇ ਆਪਣੀ ਨਿੱਜੀ ਜਾਣਕਾਰੀ, ਆਪਣਾ ਡੇਟੇ ਨੂੰ ਸੇਵ ਕਰਨਾ ਹੈ ਤਾਂ ਤੁਸੀਂ ਨਾ ਵਰਤੋ। ਉਹਨਾਂ ਨੇ ਹਜੇ ਤੱਕ ਇਹ ਕਿਹਾ, ਪਰ ਸੈਨੇਟ 'ਚ ਕਹਿੰਦੇ ਹੁਣ VOTING ਹੋਣੀ ਹੈ ਅਗਲੇ ਹਫ਼ਤੇ। ਸੋ ਕੀ ਹੈਗੀ ਹੈ ਜਾਣਕਾਰੀ ਪੂਰੀ? ਅਰਸ਼ੀਤ, ਤੁਹਾਨੂੰ ਪਤਾ ਹੈ ਕਿ ਚਾਈਨਾ ਤੇ ਤਰ੍ਹਾਂ ਦੇ ਦੋਸ਼ ਲੱਗ ਰਹੇ ਆ। ਚਾਈਨਾ ਤੇ ਇਸ ਗੱਲ ਦਾ ਵੀ ਦੋਸ਼ ਹੈ ਕਿ ਵਾਇਰਸ ਉਹਨਾਂ ਨੇ ਫੈਲਾਇਆ, ਔਰ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਸ਼ੀਤ ਯੁੱਧ ਦੇ ਤੌਰ ਤੇ ਵੀ ਇਹ ਸ਼ੰਕੇ ਪੈਦਾ ਕੀਤੇ ਜਾਂਦੇ ਆ ਕਿ ਸਿੱਧਾ ਯੁੱਧ ਲੜਨ ਦੀ ਬਜਾਏ ਇਸ ਵੇਲੇ ਦੁਨੀਆ 'ਚ ਇਸ ਤਰ੍ਹਾਂ ਦੇ ਆਉਂਦੇ ਹੋਰ ਵੀ ਬਹੁਤ ਸਾਰੇ ਅਟੈਕ ਹੋ ਸਕਦੇ ਆ। ਔਰ ਇਸ ਦੇ ਗੱਲ ਜਿਸ ਤਰੀਕੇ ਨਾਲ ਚਾਈਨਾ ਇਸ ਦੇ ਵਿੱਚ ਸਪਸ਼ਟ ਰੂਪ ਵਿੱਚ ਸਾਹਮਣੇ ਜਾਣੀ ਆ ਰਿਹਾ, ਉਹਦੇ ਨਾਲ ਸ਼ੰਕੇ ਹੋਰ ਵੀ ਉਹਨਾਂ ਤੇ ਖੜਦੇ ਆ। ਇਸੇ ਕਰਕੇ ਵੱਡੀ ਗਿਣਤੀ 'ਚ ਤੁਸੀਂ ਦੇਖਿਆ ਹੋਣਾ ਕਿ ਕਈ ਮੁਲਕ ਨੇ ਜਿਹੜੇ ਉਹਨਾਂ ਦੇ ਕਲੇਮ ਕਰ ਰਹੇ ਨੇ ਔਰ ਉਹਨਾਂ ਤੇ ਇੰਟਰਨੈਸ਼ਨਲ ਕੋਰਟ 'ਚ ਜਾਣ ਦੀ ਤਿਆਰੀ ਕਰ ਰਹੇ ਨੇ, ਚਾਹੇ ਆਸਟ੍ਰੇਲੀਆ ਹੋਵੇ, ਚਾਹੇ ਯੂਰਪੀਅਨ ਮੁਲਕ ਹੋਣ, ਈਵਨ ਕਿ ਅਮਰੀਕਾ ਨੇ ਵੀ ਇਹ ਗੱਲ ਕਹੀ ਆ ਕਿ ਚਾਈਨਾ ਤੇ ਇਹ ਦੋਸ਼ ਪਾਉਣਾ ਚਾਹੀਦਾ ਹੈ ਕਿ ਇਹਨਾਂ ਨੇ ਇਹ ਸਾਰੀ, ਚਾਹੇ ਉਹਨਾਂ ਦੀ ਗਲਤੀ ਸੀ ਜਾਂ ਉਹਨਾਂ ਨੇ ਜਾਣਬੁੱਝ ਕੇ ਕੀਤਾ, ਇਹਦੇ ਨਾਲ ਦੁਨੀਆ ਦੀ ਇਕਨੋਮੀ ਤਹਿਸ-ਨਹਿਸ ਹੋ ਕੇ ਰਹੇਗੀ ਕਿ ਉਹਨਾਂ ਤੇ ਪਾਬੰਦੀਆਂ ਲਾਈਆਂ ਜਾਣ। ਹੁਣ ਦੂਸਰਾ ਅਟੈਕ ਉਹਨਾਂ ਤੇ ਲੱਗਦਾ ਹੈ ਕਿ ਉਹ ਸਾਈਬਰ ਦੇ ਮਾਮਲੇ 'ਚ ਹਮੇਸ਼ਾ ਹੀ, ਜਦੋਂ ਇੰਡੀਆ ਦੇ ਵਿੱਚ ਕਾਮਨਵੈਲਥ ਖੇਡਾਂ ਹੋਈਆਂ 2010 ਦੀ ਗੱਲ ਹੈ, ਉਸ ਵੇਲੇ ਵੀ ਇਹ ਕੋਸ਼ਿਸ਼ ਕੀਤੀ ਗਈ ਸੀ ਕਿ ਇੰਡੀਆ ਦੀ ਜਿਹੜੀ ਕਾਮਨਵੈਲਥ ਦੇ ਜਿਹੜਾ ਉਦਘਾਟਨੀ ਸਮਾਰੋਹ ਹੋਣਾ ਹੈ ਕਿ ਉਸ ਨੂੰ ਹੈਕ ਕਰਕੇ ਉਹਨੂੰ ਫੇਲ ਕਰ ਦਿੱਤਾ ਜਾਵੇ। ਹਾਲਾਂਕਿ ਸਾਡੇ ਬੜੇ ਐਕਸਪਰਟ ਹੈਕਰ, ਸਾਡੇ ਜਿਹੜੇ ਐਕਸਪਰਟ ਬੈਠੇ, ਉਹਨਾਂ ਨੇ ਉਹਨਾਂ ਨੂੰ ਹੈਕਰ ਦੀਆਂ ਉਹ ਜਿਹੜੇ ਬੂਟ ਮਾਰਦੇ ਸੀ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਤਰ੍ਹਾਂ ਦੀਆਂ ਦੁਨੀਆ ਭਰ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਨੇ, ਔਰ ਅਮਰੀਕਾ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਚਾਈਨੀਜ਼ ਕੰਪਨੀ ਸੀ ਜਿਹੜੀਆਂ ਉੱਥੋਂ ਦੇ ਸਟਾਕ ਮਾਰਕੀਟ ਦੇ ਵਿੱਚ ਫੇਕ ਤਰੀਕੇ ਨਾਲ ਕਰੋੜਾਂ ਅਰਬਾਂ ਰੁਪਈਆ ਬਣਾ ਕੀਆਂ ਸੀ। ਸੋ ਉਹ ਸਾਰੀਆਂ ਚੀਜ਼ਾਂ ਇਸ ਵੱਲ ਇਸ਼ਾਰਾ ਕਰਦੀਆਂ ਨੇ ਕਿ ਚਾਈਨਾ ਦੁਨੀਆ ਦੇ ਵਿੱਚ ਦੁਨੀਆ ਨੂੰ ਅਨਸਟੇਬਲ ਕਰਨ ਵਾਸਤੇ ਆਪਣੀਆਂ ਚਾਲਾਂ ਚੱਲ ਰਿਹਾ ਹੈ। ਇੰਡੀਆ ਨੇ ਫੈਸਲਾ ਲੈ ਲਿਆ, ਉਹਨਾਂ ਹਟ ਐਪ ਉਹਨਾਂ ਦੇ ਬੰਦ ਕਰਤੇ। ਲੋਕਾਂ ਦਾ ਰੋਣਾ ਧੋਣਾ ਟਿਕਟੌਕ ਤੇ ਬਹੁਤਾ ਹੈ ਨਾ, ਲੋਕਾਂ ਨੂੰ ਇਹ ਲੱਗਦਾ ਸੀ, ਪਰ ਟਿਕਟੌਕ ਤੋਂ ਕਮਾਈ ਉਹਨਾਂ ਦੀ ਕੰਪਨੀਆਂ ਨੂੰ ਬਹੁਤ ਹੋ ਰਹੀ ਸੀ। ਹੁਣ ਅਮਰੀਕਾ ਨੇ ਵੀ ਇਹ ਫੈਸਲਾ ਲੈ ਲਿਆ, ਲਗਭਗ ਉਹਨਾਂ ਦਾ ਫੈਸਲਾ ਹੋ ਗਿਆ ਕਿ ਕਿਉਂਕਿ ਉਹਨਾਂ ਦਾ ਜਿਹੜਾ ਚੀਫ ਆਫ ਸਟਾਫ ਹੈ ਮਾਰਕ ਮੈਡੋਜ਼, ਸ਼ਾਇਦ ਉਹਨਾਂ ਦਾ ਨਾਮ ਹੈ, ਉਹਨਾਂ ਨੇ ਕਿਹਾ ਕਿ ਇਹ ਅਮਰੀਕਾ ਦੀ ਸੁਰੱਖਿਆ ਵਾਸਤੇ ਖਤਰਾ ਪੈਦਾ ਹੋ ਸਕਦੇ ਆ। ਔਰ ਮਾਈਕ ਪੋਂਪੀਓ ਤਾਂ ਪਹਿਲਾਂ ਵੀ ਤੁਹਾਨੂੰ ਪਤਾ ਲਗਾਤਾਰ ਹੀ ਚਾਈਨਾ ਤੇ ਅਟੈਕ ਕਰ ਰਹੇ ਆ। ਸੋ ਅਮਰੀਕਾ ਦਾ ਇਹ ਫੈਸਲਾ ਚਾਈਨਾ ਨੂੰ ਜਿੱਥੇ ਇਕਨੋਮੀ ਦੇ ਤੌਰ ਤੇ ਧੱਕਾ ਮਾਰੂਗਾ, ਦੂਜੇ ਪਾਸੇ ਚਾਈਨਾ ਵੀ ਇਸ ਗੱਲ ਤੋਂ ਬੁਖਲਾਇਆ ਹੋਇਆ ਹੈ। ਬਹੁਤ ਸਾਰੇ ਦੇਸ਼ਾਂ ਨੇ ਨਾਲ ਉਹਦੇ ਟੱਕਰ ਚੱਲ ਰਹੀ ਹੈ, ਆਸਟ੍ਰੇਲੀਆ ਦੇ ਨਾਲ ਉਹਦੀ ਅਲੱਗ ਚੱਲਦੀ ਹੈ, ਯੂਰਪੀਅਨ ਨਾਲ G7 ਨਾਲ ਅਲੱਗ ਚੱਲਦੀ ਹੈ, ਇੰਡੀਆ ਦੇ ਨਾਲ ਅਲੱਗ ਚੱਲ ਰਿਹਾ ਹੈ, ਔਰ ਇੱਧਰ ਅਮਰੀਕਾ ਦੇ ਨਾਲ ਆਮਣੋ ਸਾਹਮਣੇ ਰਹਿੰਦੇ ਆ। ਹੁਣ ਨਵੀਂ ਸਥਿਤੀ ਇਹ ਹੈ
ਕਿ ਇਹ ਟਿਕਟੌਕ ਤੇ ਜਿਹੜੇ ਦੂਸਰੇ ਐਪ ਨੇ ਇਹ ਤਾਂ ਇੱਕ ਇਕਨੋਮੀ ਦੇ ਤੌਰ ਤੇ ਨੇ, ਪਰ ਹਾਂਗਕਾਂਗ ਦੇ ਵਿੱਚ ਜਿਸ ਤਰੀਕੇ ਨਾਲ ਚਾਈਨਾ ਉੱਥੋਂ ਦਾ ਧੱਕਾਸ਼ਾਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਅਮਰੀਕਾ ਨੇ ਇਹ ਗੱਲ ਆਪਣਾ ਮਤਾ ਪਾਸ ਕਰਤਾ ਕਾਂਗਰਸ ਦੇ ਵਿੱਚ ਕਿ ਜੇਕਰ ਚਾਈਨਾ ਉੱਥੇ ਇਸ ਤਰ੍ਹਾਂ ਦੀ ਕਾਰਵਾਈ ਕਰਦਾ ਤਾਂ ਉਹਦੀ ਲਾਇਬਿਲਿਟੀ ਹੋਊਗੀ, ਉਹਦੀ ਜ਼ਿੰਮੇਵਾਰੀ ਹੋਊਗੀ, ਇਹ ਉਹਨੂੰ ਅੱਗੇ ਜਾ ਕੇ ਇਸ ਦੇ ਕੌਨਸੀਕੁਐਂਸਿਸ ਦੇਖਣੇ ਪੈਣਗੇ। ਚਾਈਨਾ ਤੜਫਿਆ ਇਸ ਗੱਲ ਤੋਂ ਵੀ ਹੋਇਆ, ਉਹ ਕਹਿੰਦਾ ਜੀ ਜੇਕਰ ਅਮਰੀਕਾ ਸਾਡੇ ਤੇ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਾ ਸਕਦਾ ਹੈ ਜਾਂ ਸਾਡੇ ਤੇ ਕੁਝ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕਰਨਾ ਸਾਨੂੰ ਵੀ ਆਉਂਦਾ, ਅਸੀਂ ਵੀ ਤੁਹਾਡੇ ਤੇ ਕਰਾਂਗੇ। ਸੋ ਇਸ ਸਾਰੀ ਚੀਜ਼ ਦੇ ਵਿੱਚ ਜਿੱਥੇ ਆਪਾਂ ਗੱਲ ਦੇਖਦੇ ਹਾਂ, ਹੁਣ ਮੈਂ ਲੇਟੈਸਟ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਦੇਖ ਰਿਹਾ ਸੀ ਕਿ ਅਮਰੀਕਾ ਨੇ ਇੱਕ ਸਟੈਪ ਹੋਰ ਅੱਗੇ ਜਾ ਕੇ ਜਿਹੜੀ ਚਾਈਨੀਜ਼ ਕੰਪਨੀਆਂ ਦੇ ਕੰਮ ਜਿਹੜੇ ਉੱਥੋਂ ਆਉਂਦੇ ਸੀ ਉਹਨਾਂ ਤੇ ਵੀ ਪਾਬੰਦੀਆਂ ਲਾਉਣ ਦਾ ਲਗਭਗ ਐਲਾਨ ਕਰਨ ਜਾ ਰਹੇ ਆ। ਸੋ ਇਸ ਕਸ਼ਮਕਸ਼ ਦੇ ਵਿੱਚ ਜਿੱਥੇ ਐਪਸ ਦੀ ਲੜਾਈ ਚੱਲ ਰਹੀ ਹੈ ਜਾਂ ਇੱਕ ਦੂਸਰੇ ਤੇ ਦੋਸ਼ ਪ੍ਰਤੀਰੋਸ਼ ਦੀ ਚੱਲ ਰਹੀ ਹੈ, ਦੂਜੇ ਪਾਸੇ ਕਰੋਨਾ ਨੇ ਸਾਨੂੰ ਮਾਰਿਆ ਹੋਇਆ, ਸਾਰੀ ਦੁਨੀਆ ਵਿੱਚ ਜੇਕਰ ਆਪਾਂ ਡੀਪਲੀ ਜਾ ਕੇ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਦੁਨੀਆ ਅਨਸਟੇਬਲ ਜੀ ਤੁਹਾਨੂੰ ਨਜ਼ਰ ਆਊਗੀ, ਜਿਹੜੀ ਹੋਣੀ ਨਹੀਂ ਸੀ ਚਾਹੀਦੀ ਇਸ ਸੋਹਣੇ ਸੰਸਾਰ ਦੇ ਵਿੱਚ। ਬਿਲਕੁਲ, ਚਾਈਨੀਜ਼ ਨੇ ਜਦੋਂ ਕਿਹਾ ਸੀਗਾ ਕਿ ਚਾਈਨਾ ਹੁਣ ਇੱਕ ਪਾਵਰ ਬਣਿਆ ਹੋਇਆ ਸੀ, ਅਮਰੀਕਾ ਤਾਂ ਅਸੀਂ ਕਹਿੰਦੇ ਹੀ ਸੀ ਪਾਵਰ, ਪਰ ਚਾਈਨਾ ਦੇ ਵਿੱਚੋਂ ਜਿਹੜਾ ਕੁਝ ਬਣ ਕੇ ਆ ਰਿਹਾ ਸੀ ਅਸੀਂ ਪੂਰੀ ਤਰ੍ਹਾਂ ਡਿਪੈਂਡੈਂਟ ਹੋ ਰਹੇ ਸੀ, ਤਾਂ ਚਾਈਨਾ ਕਿਤੇ ਨਾ ਕਿਤੇ ਚਾਹੁੰਦਾ ਸੀ ਕਿ ਸ਼ਾਇਦ ਮੈਂ ਸਾਰੀ ਦੁਨੀਆ ਨੂੰ ਕੰਟਰੋਲ ਕਰ ਲਵਾਂ। ਪਰ ਹੁਣ ਹੁਵਾਵੇ ਜਿਹੜੀ ਚਾਈਨਾ ਦੀ ਕੰਪਨੀ ਹੈਗੀ ਹੈ, 5G ਟੈਕਨੋਲੋਜੀ ਉਹਨਾਂ ਨੇ ਜਿਹੜੀ ਲਾਂਚ ਕਰਨੀ ਸੀ, ਉਹਦੇ ਵਿੱਚ 5 ਆਈਜ਼ ਜਿਹੜੀਆਂ ਸੀਗੀਆਂ ਉਹਦੇ ਵਿੱਚ ਅਸੀਂ ਵੀ ਆਉਂਦੇ ਹਾਂ, ਕੈਨੇਡਾ। ਹੁਣ ਬ੍ਰਿਟੇਨ ਨੇ ਵੀ ਆਪਣਾ ਜਿਹੜਾ ਉਹਦੇ ਚੋਂ ਕਹਿ ਦਿੱਤਾ, ਪਹਿਲਾਂ ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ 5G ਟੈਕਨੋਲੋਜੀ ਨੂੰ ਲੈ ਕੇ ਆਵਾਂਗੇ, ਹੁਣ ਬ੍ਰਿਟੇਨ ਨੇ ਵੀ ਕਹਿ ਦਿੱਤਾ ਕਿ ਅਸੀਂ ਨਹੀਂ ਲੈ ਕੇ ਆਵਾਂਗੇ, ਫਿਰ ਆਸਟ੍ਰੇਲੀਆ ਨੇ ਵੀ ਕਹਿ ਦਿੱਤਾ ਕਿ ਅਸੀਂ ਨਹੀਂ ਲੈ ਕੇ ਆਵਾਂਗੇ। ਹੁਣ ਇਹ ਸਾਰਿਆਂ ਤੋਂ ਇਲਾਵਾ ਸਾਰਿਆਂ ਨੇ ਇੱਕ ਵਾਰੀ ਤਾਂ ਨਾ ਕਰ ਦਿੱਤੀ ਹੈ, ਪਰ ਉਹਨਾਂ 5 ਆਈਜ਼ ਦੇ ਵਿੱਚੋਂ ਅਸੀਂ ਜਿਹੜੇ ਹੈਗੇ ਆ ਕੈਨੇਡਾ ਵਾਲੇ, ਉਹ ਹਜੇ ਵੀ ਦੇਖ ਰਹੇ ਹੈਗੇ ਆ ਕਿ ਅਸੀਂ 5G ਨੂੰ ਨਾ ਕਰਦੇ ਹਾਂ ਕਿ ਨਹੀਂ ਕਰਦੇ, ਅਸੀਂ ਕੋਈ ਫੈਸਲਾ ਨਹੀਂ ਲਿਆ ਇਹਦੇ ਲਈ। ਪਰ ਇੱਥੇ ਖਬਰਾਂ ਇਹ ਵੀ ਨੇ ਕਿ ਜਸਟਿਨ ਟਰੂਡੋ ਨੇ ਕੱਲ ਇਹ ਵੀ ਕਿਹਾ ਕਿ ਅਸੀਂ ਚਾਈਨਾ ਦੀ ਇੱਕ ਕੰਪਨੀ ਦੇ ਨਾਲ ਰਲ ਕੇ ਜਿਹੜਾ ਵੈਕਸੀਨ ਬਣਾਉਣ ਦਾ ਕੰਮ ਵੀ ਕਰ ਰਹੇ ਹੈਗੇ। ਤੇ ਹੁਣ ਇਹ ਨਹੀਂ ਪਤਾ ਕਿ ਕਿਸ ਤਰ੍ਹਾਂ ਹੋਊਗਾ, ਕਿਉਂਕਿ ਚਾਈਨਾ ਤੇ ਕੈਨੇਡਾ ਦੇ ਰਿਸ਼ਤੇ ਜਿਹੜੇ ਨੇ, ਜੇ ਅਸੀਂ ਗੱਲ ਕਰੀਏ ਤਾਂ ਫੋਰਨ ਪਾਲਿਸੀਜ਼ ਹੈਗੀਆਂ ਨੇ ਉਹ ਬਹੁਤ ਵਧੀਆ ਨਹੀਂ ਰਹੀਆਂ ਹੁਣ ਦੇ ਜ਼ਮਾਨੇ 'ਚ। ਜਦੋਂ ਦਾ ਅਸੀਂ ਮੇਂਗ ਵਾਨਯੂ ਨੂੰ ਇੱਥੇ ਵੈਨਕੂਵਰ ਦੇ ਵਿੱਚ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਸਾਡੇ ਮਾਈਕਲਸ ਉਹਨਾਂ ਨੇ ਗ੍ਰਿਫਤਾਰ ਕੀਤੇ ਹੋਏ ਨੇ, 500 ਤੋਂ ਵੱਧ ਦਿਨ ਹੋ ਗਏ ਨੇ ਉਹਨਾਂ ਨੂੰ ਗ੍ਰਿਫਤਾਰ ਕੀਤੇ। ਸੋ ਹੁਣ ਬਹੁਤ ਚੀਜ਼ਾਂ ਨੇ ਜਿਹੜੀਆਂ ਹਰੇਕ ਦੇਸ਼ ਦੇ ਨਾਲ ਚਾਈਨਾ ਦੇ ਡਿਫਰੈਂਟ ਸੰਬੰਧ ਸੀਗੇ। ਹੁਣ ਫਿਊਚਰ ਦੇ ਵਿੱਚ ਕਰੋਨਾ ਤੋਂ ਬਾਅਦ ਤੇ ਇਹੋ ਜਿਹੀਆਂ ਚੀਜ਼ਾਂ ਤੋਂ ਬਾਅਦ ਕੀ ਹੋਣਾ ਆ, ਹੁਣ ਉਹ ਤਾਂ ਫਿਊਚਰ ਦੇ ਵਿੱਚ ਪਤਾ ਲੱਗੂਗਾ। ਹੋਰ ਬਹੁਤ ਚੀਜ਼ਾਂ ਹੈਗੀਆਂ ਨੇ, ਆਪਾਂ ਗੱਲਬਾਤ ਕਰਾਂਗੇ, ਬ੍ਰੇਕ ਲਾ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ। ਬਿਲਕੁਲ, ਅੱਜ ਕਰੋਨਾ ਦੇ ਬਾਰੇ ਗੱਲ ਹੋਈ, ਵੈਕਸੀਨ ਦੇ ਬਾਰੇ ਗੱਲ ਹੋਈ ਹੈ, ਇਸ ਤੋਂ ਬਾਅਦ ਅਸੀਂ ਸਿਆਸਤ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਇਸ ਦੇ ਵਿੱਚ ਵੀ ਗੱਲਬਾਤ ਕਰਾਂਗੇ, ਇਸ ਤੇ ਵੀ ਨਜ਼ਰ ਮਾਰਾਂਗੇ। ਪਰ ਰੁਕਦੇ ਹਾਂ ਕਮਰਸ਼ੀਅਲ ਬ੍ਰੇਕ ਦੇ ਲਈ। ਤੁਸੀਂ ਬਣ ਰਹੋ ਸਾਂਝਾ ਟੀਵੀ ਦੇ ਨਾਲ। ਵੈਲਕਮ ਬੈਕ ਆਫਟਰ ਸ਼ਾਰਟ ਬ੍ਰੇਕ। ਯੂ ਆਰ ਵਾਚਿੰਗ ਪ੍ਰੋਗਰਾਮ ਸਟ੍ਰੇਟ ਟਾਕ ਤੇ ਗੱਲਬਾਤ ਹੋ ਰਹੀ ਹੈ ਮਿਸਟਰ ਹਰਪ੍ਰੀਤ ਸਿੰਘ ਧਾਲੀਵਾਲ ਦੇ ਨਾਲ। ਸੋ ਹਰਪ੍ਰੀਤ ਜੀ, ਜਿੱਦਾਂ ਅਸੀਂ ਕਰੋਨਾ ਦੇ ਬਾਰੇ ਗੱਲ ਕੀਤੀ ਹੈ, ਹੁਣ ਸਿਆਸਤ ਦੇ ਬਾਰੇ ਵੀ ਗੱਲ ਕਰ ਲਈਏ। ਪੰਜਾਬ ਦੀ ਸਿਆਸਤ ਜਿਹੜੀ ਹੈਗੀ ਆ ਉਹ ਹੋਰ ਹੀ ਤਰ੍ਹਾਂ ਦੇ ਮੋੜ ਜਿਹੜੇ ਆ ਹੁਣ ਲੈ ਰਹੀ ਹੈਗੀ ਹੈ, ਤੇ ਉਹਦੇ ਵਿੱਚ ਕਹਿੰਦੇ ਕਿ ਪੰਜਾਬ 'ਚ ਪ੍ਰਿਯੰਕਾ ਗਾਂਧੀ ਆ ਸਕਦੀ ਹੈ। ਵੈਸੇ ਤਾਂ ਸੁਣਨ ਨੂੰ ਤਾਂ ਤੁਹਾਨੂੰ ਬੜਾ ਅਚੰਭਾ ਜਿਹਾ ਲੱਗਣਾ ਹੈ, ਆਮ ਤੌਰ ਤੇ ਕਿਸੇ ਵੀ ਮੀਡੀਆ ਨੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਕੀਤੀ ਨਹੀਂ, ਪਰ ਜਿਸ ਤਰ੍ਹਾਂ ਦੇ ਹਾਲਾਤ ਨੇ, ਜਿਹੜਾ ਪੱਤਰਕਾਰ ਹੁੰਦਾ ਹੈ ਉਸ ਨੂੰ ਦੂਰ ਦ੍ਰਿਸ਼ਟੀ ਨਾਲ ਦੇਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਹਾਲਾਤਾਂ ਦੇ ਚੱਲਦਿਆਂ ਅਰਸ਼ ਜੀ ਲੱਗਦਾ ਕਿ ਜਿਹੜਾ ਪੰਜਾਬ ਦੇ ਵਿੱਚ ਇਸ ਵੇਲੇ ਸਿਆਸੀ ਘਮਾਸਾਨ ਜਾਂ ਮਚਿਆ ਹੋਇਆ, ਕਿਉਂਕਿ ਸਾਰੇ ਇੱਕ ਨਾ ਜਿਵੇਂ ਅਨਗਾਈਡਡ ਮਿਸਾਈਲਾਂ ਬਣੀਆਂ ਹੋਈਆਂ ਨੇ ਸਾਰੀਆਂ, ਕਿਸੇ ਦਾ ਕੁਝ ਨਹੀਂ ਪਤਾ ਵੀ ਇਹਨੇ ਕਿੱਧਰ ਨੂੰ ਚਲੇ ਜਾਣਾ। ਜਾਂ ਫਿਰ ਆਪਣੇ ਸਾਊਥ ਏਸ਼ੀਆ ਦੇ ਖਿੱਤੇ ਦੇ ਲੋਕਾਂ ਬਾਰੇ ਇੱਕ ਆਮ ਪ੍ਰਭਾਵ ਇਹ ਵੀ ਹੁੰਦਾ ਕਿ ਇਹ ਜਦੋਂ ਭੀੜ ਦੇ ਵਿੱਚ ਸਾਰੇ ਨੇਤਾ ਹੁੰਦੇ ਆ, ਸੋ ਪੰਜਾਬ ਦੇ ਵਿੱਚ ਸਾਰੇ ਨੇਤਾ ਹੀ ਜੰਮ ਰਹੇ ਆ, ਕੋਈ ਵਰਕਰ ਕੋਈ ਨਹੀਂ ਹੈ। ਹੁਣ ਜਿਹੜੇ ਇਸ ਵੇਲੇ ਹਾਲਾਤ ਨੇ, ਉਹ ਤਾਂ ਹਾਲਾਤ ਨੇ ਕਿ ਭੀੜ 'ਚ ਸੱਪ ਛੱਡੇ ਹੋਏ ਆ, ਪਤਾ ਨਹੀਂ ਕਿਹੜੇ ਨੇ ਕਿੱਧਰ ਨੂੰ ਛਾਲ ਮਾਰ ਕੇ ਚਲੇ ਜਾਣਾ। ਕੋਈ ਵੀ ਪਾਰਟੀ ਛੁੱਤੀ ਨਹੀਂ, ਰਾਜ ਕਰ ਰਹੀ ਸੱਤਾ ਧਿਰ। ਕੈਪਟਨ ਅਮਰਿੰਦਰ ਸਿੰਘ ਜੀ ਪੰਜਾਬ ਸਰਕਾਰ ਨੂੰ ਪੰਜਾਬ 'ਚ ਬੜੇ ਵੀ ਨਹੀਂ ਚਲਾ ਰਹੇ ਨੇ। ਦੇਖੋ, ਪਹਿਲੀ ਵਾਰੀ ਇਹ ਹੋਇਆ ਹੋਊਗਾ ਕਿ ਸਟੇਟ ਦਾ ਮੁੱਖ ਮੰਤਰੀ ਹੋਵੇ, ਸਟੇਟ 'ਚ ਆਈ ਨਾ ਹੋਵੇ ਕਦੇ। ਇਹ ਵੀ ਹਿਸਟਰੀ ਬਣ ਗਈ ਬਿਲਕੁਲ ਵੀ ਉਹ ਜਾ ਕੇ ਸਗੋਂ ਚੰਡੀਗੜ੍ਹ ਦੀਆਂ ਲਾ ਕੇ ਇੱਕ ਆਪਣਾ ਸੋਹਣਾ ਫਾਰਮ ਹਾਊਸ ਬਣਾ ਲਿਆ, ਉੱਥੋਂ ਲੈਪਟਾਪ ਤੇ ਸਰਕਾਰ ਚਲਾ ਰਹੇ ਨੇ। ਇਹ ਵੀ ਰਿਕਾਰਡ ਬਣ ਜਾਣਾ ਜੀ। ਦੂਜੇ ਪਾਸੇ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਉਹਨਾਂ 'ਚ ਵੀ ਸੁੱਖ ਸ਼ਾਂਤੀ ਹੈ ਨਹੀਂ।
ਸ਼੍ਰੋਮਣੀ ਅਕਾਲੀ ਦਲ ਬੜਾ ਪੁਰਾਣਾ ਸੀ, 100 ਸਾਲ ਦਾ ਇਤਿਹਾਸ ਸੀ, ਪਰ ਜਿਸ ਤਰੀਕੇ ਨਾਲ 100ਵਾਂ ਸਾਲ ਕੰਪਲੀਟ ਹੁੰਦਾ ਜਾ ਰਿਹਾ ਹੈ, ਐਂ ਲੱਗਦਾ ਵੀ ਉਹ 100 ਸਾਲ ਵਾਸਤੇ ਹੀ ਬਣੇ ਸੀ, ਉਸ ਤੋਂ ਬਾਅਦ ਪਤਨ ਹੋ ਜਾਣਾ ਇਹਨਾਂ ਦਾ। ਜਿਸ ਤਰੀਕੇ ਨਾਲ ਕੇਂਦਰ ਦੇ ਵਿੱਚ ਕਾਂਗਰਸ ਕਮਜ਼ੋਰ ਹੋ ਰਹੀ ਹੈ, ਉਸੇ ਤਰੀਕੇ ਦੇ ਨਾਲ ਲਗਾਤਾਰ ਪੰਜਾਬ ਦੇ ਵਿੱਚ ਅਕਾਲੀ ਦਲ ਵੀ ਕਮਜ਼ੋਰ ਹੁੰਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ, ਉਹਨਾਂ 'ਚ ਵੀ ਬੜੇ ਧੜੇ ਹੈ, ਧੜਿਆਂ 'ਚੋਂ ਧੜੇ ਅੱਗੇ ਨਵੇਂ ਪੈਦਾ ਹੋ ਰਹੇ ਆ। ਇਹਨਾਂ ਦੇ ਵਿੱਚ ਸਾਰੀਆਂ ਚੀਜ਼ਾਂ ਦੇ ਵਿੱਚ ਹੁਣ ਜੇਕਰ ਆਪਾਂ ਗੱਲ ਕਰਦੇ ਹਾਂ ਪ੍ਰਿਯੰਕਾ ਗਾਂਧੀ ਦੀ, ਜੀ ਪ੍ਰਿਯੰਕਾ ਗਾਂਧੀ ਦਾ ਕੀ ਰੋਲ ਹੋ ਸਕਦਾ? ਹਾਂ, ਇਹ ਰੋਲ ਹੋ ਸਕਦਾ ਹੈ ਕਿਉਂਕਿ ਰਾਹੁਲ ਗਾਂਧੀ ਇੱਕ ਸਥਾਪਿਤ ਕਰਨ ਦੀ ਕੋਸ਼ਿਸ਼ ਉਹਨੂੰ ਬੜੀ ਕੀਤੀ ਗਈ ਨੈਸ਼ਨਲ ਪੋਲਿਟਿਕਸ ਦੇ ਵਿੱਚ, ਔਰ 2019 ਦੀਆਂ ਇਲੈਕਸ਼ਨਾਂ ਹੋਈਆਂ, ਉਹਨੂੰ ਕਾਂਗਰਸ ਦਾ ਚਿਹਰਾ ਮੋਹਰਾ ਔਰ ਈਵਨ ਕਿ ਪ੍ਰਧਾਨ ਮੰਤਰੀ ਦਾ ਚਿਹਰਾ ਮੋਹਰਾ ਦੇ ਤੌਰ ਤੇ ਪੇਸ਼ ਕੀਤਾ ਗਿਆ। ਹੁਣ ਚੋਣਾਂ ਉੱਥੇ ਹੋਈਆਂ, ਲੁੱਟੀਆਂ ਗਈਆਂ, ਹੁਣ ਦੂਰ ਦੀ ਗੱਲ ਹੋ ਗਈ, ਪਰ ਗੱਲ ਕੀ ਹੈ ਕਿ ਉਹ ਹਾਰਿਆ, ਬੁਰੀ ਤਰ੍ਹਾਂ ਹਾਰਿਆ। ਉਸ ਤੋਂ ਬਾਅਦ ਚੋਂ ਜਿਹੜੀਆਂ ਸਟੇਟਾਂ ਕਾਂਗਰਸ ਕੋਲ ਸੀ, ਉੱਥੇ ਬੀਜੇਪੀ ਨੇ ਹਰ ਬਾਏ ਹੁੱਕ ਬਾਏ ਰੁਕ ਹਰ ਕੋਸ਼ਿਸ਼ ਕਰਕੇ ਉਹਨਾਂ ਦੀਆਂ ਸਰਕਾਰਾਂ ਤੋੜੀਆਂ ਤੇ ਲਗਾਤਾਰ ਤੋੜਨ ਦੀ ਕੋਸ਼ਿਸ਼ ਕਰੀਏ, ਜਿਨ੍ਹਾਂ 'ਚ ਅੱਜ ਕੱਲ੍ਹ ਮਰਦ ਦੀ ਆਪਾਂ ਰਾਜਸਥਾਨ ਦੀ ਚਰਚਾ ਕਰਦੇ ਹੋਏ ਹਾਂ, ਉਹਨੂੰ ਤੋੜਨ ਦੀ ਕੋਸ਼ਿਸ਼। ਉਹ ਤੋਂ ਪਹਿਲਾਂ ਮੱਧ ਪ੍ਰਦੇਸ਼ ਦੀ ਕੋਸ਼ਿਸ਼, ਹੁਣ ਤਾਂ ਈਵਨ ਕਿ ਝਾਰਖੰਡ ਦਾ ਜਿਹੜਾ ਕਾਂਗਰਸੀ ਨੇਤਾ ਹੈ ਉੱਥੇ, ਉਹ ਵੀ ਕਹਿ ਰਿਹਾ ਕਿ ਸਾਡੇ ਵਾਲਿਆਂ ਨੂੰ ਵੀ MLA ਨੂੰ ਇਹ ਖਰੀਦਣ ਦੀ ਕੋਸ਼ਿਸ਼ ਕਰ ਰਹੇ ਆ। ਫਿਰ ਤਾਮਿਲਨਾਡੂ, ਕਰਨਾਟਕਾ ਵੱਲ ਦੀ ਆਪਾਂ ਜਾ ਕੇ ਗੱਲ ਕਰਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਵਿਰੋਧੀ ਤਾਂ ਤੁਹਾਡੇ ਤੇ ਅਟੈਕ ਕਰਦੇ ਹੁੰਦੇ ਆ, ਪਰ ਕੀ ਤੁਸੀਂ ਸક્ષਮ ਹੈਗੇ ਹੋ? ਤੁਸੀਂ ਆਪਣਾ ਘਰ ਬਚਾ ਸਕਦੇ ਹੋ? ਉਸ ਮਾਮਲੇ 'ਚ ਰਾਹੁਲ ਗਾਂਧੀ ਫੇਲ ਹੋਇਆ। ਰਾਹੁਲ ਕਾਂਗਰਸ ਦੇ ਵਿੱਚੋਂ ਵੱਡੇ ਵੱਡੇ ਲੀਡਰਾਂ ਨੂੰ ਬੀਜੇਪੀ ਪਿਕ ਐਂਡ ਚੂਜ਼ ਕਰਕੇ ਪਟ ਕੇ ਲੈ ਕੇ ਜਾ ਰਹੀ ਹੈ, ਔਰ ਕੇਂਦਰ ਦੇ ਵਿੱਚ ਜਿਸ ਤਰੀਕੇ ਨਾਲ ਬੀਜੇਪੀ ਦਾ ਜਿਹੜਾ IT ਸੈੱਲ ਹੈ, ਜਿਹੜੇ ਹਜ਼ਾਰਾਂ ਬੰਦਾ ਬਿਠਾਇਆ ਹੋਇਆ ਵੀ ਕੋਈ ਚੱਜ ਦੀ ਗੱਲ ਕਰੇ ਤਾਂ ਉਹ 'ਤੇ ਅਟੈਕ ਕਰ ਦਿਓ, ਸਾਰੇ ਪੈ ਜਾਓ ਉਹਨੂੰ ਮਾੜੀ ਤੋਂ ਮਾੜੀ ਭਾਸ਼ਾ ਵਰਤੋਂ, ਗਾਲਾਂ ਕੱਢੋ, ਜੇਕਰ ਕੁੜੀਆਂ ਨੇ ਕੁੜੀਆਂ ਨੂੰ ਵੀ ਮਾੜੀ ਭਾਸ਼ਾ ਵਰਤੋਂ। ਉਹ ਸਾਰੀ ਚੀਜ਼ ਦੇ ਵਿੱਚ ਉਹ ਰਾਹੁਲ ਗਾਂਧੀ ਨੂੰ ਦੇਸ਼ ਦੇ ਸੋਸ਼ਲ ਮੀਡੀਆ ਤੇ ਇੱਕ ਪੱਪੂ ਦੇ ਤੌਰ ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਉਹ ਸਾਰੀਆਂ ਘਟਨਾਕ੍ਰਮ ਦੇ ਇਨ ਬਿਟਵੀਨ ਜਿਹੜੀ ਪ੍ਰਿਯੰਕਾ ਗਾਂਧੀ ਆ, ਰਾਹੁਲ ਗਾਂਧੀ ਦੀ ਭੈਣ, ਉਹਨੂੰ ਸ਼ੁਰੂ ਤੋਂ ਹੀ ਰਾਹੁਲ ਗਾਂਧੀ ਤੋਂ ਸਟਰੋਂਗ ਇੱਕ ਕਾਂਗਰਸੀ ਕੈਂਡੀਡੇਟ ਦੇ ਤੌਰ ਤੇ ਦੇਖਿਆ ਜਾਂਦਾ ਸੀ। ਕਿ ਉਹਦਾ ਕਾਰਨ ਸੀ ਕਿਉਂਕਿ ਉਹਨੂੰ ਆਪਣੀ ਦਾਦੀ ਵਰਗਾ ਸਮਝਿਆ ਜਾਂਦਾ ਕਿ ਇਹ ਇੰਦਰਾ ਗਾਂਧੀ ਵਰਗੀ ਹੈ, ਤਾਂ ਉਸ ਕਰਕੇ ਉਸ ਦੀ ਦਿੱਖ ਉੱਦਾਂ ਦੀ ਹੈ, ਉਹਦਾ ਪਹਿਰਾਵਾ ਉਸ ਤਰ੍ਹਾਂ ਦਾ, ਬਾਲ ਬੁਲ ਉਸ ਤਰ੍ਹਾਂ ਦਾ ਸਟਾਈਲ ਹੈ। ਪਿਛਲੇ ਸਮੇਂ 'ਚ ਉਹਨੇ ਰਾਜਸਥਾਨ ਤੇ UP ਦੇ ਵਿੱਚ ਜਾ ਕੇ ਚੋਣਾਂ ਦੇ ਦੌਰਾਨ ਕਾਫੀ ਉਹਨੇ ਮਿਹਨਤ ਕੀਤੀ। ਉੱਥੇ ਜਿਹੜੀ ਮਾਇਆਵਤੀ, ਜਿਹੜੀ ਬਹੁਜਨ ਸਮਾਜਵਾਦੀ ਪਾਰਟੀ ਦੀ, ਉਹਨੂੰ ਵੀ ਫਿਕਰ ਆ ਕਿ ਜੇਕਰ ਪ੍ਰਿਯੰਕਾ ਗਾਂਧੀ ਇੱਥੇ ਆ ਗਈ ਤਾਂ ਉਹ ਜਿਹੜਾ ਸਾਰੇ ਦਾ ਸਾਰੇ ਵੋਟ ਉਹਦੇ ਕੋਲ ਹੈਗੀ ਆ, ਉਹ ਟੁੱਟ ਕੇ ਪ੍ਰਿਯੰਕਾ ਗਾਂਧੀ ਵੱਲ ਨੂੰ ਜਾ ਸਕਦੀ ਹੈ, ਚਾਹੇ ਬ੍ਰਾਹਮਣ ਵੋਟ ਹੈ ਜਾਂ ਫਿਰ ਦੂਸਰੀ ਜਿਹੜੇ ਪਛੜਿਆ ਵਰਗ ਦੀ ਵੋਟ ਉੱਧਰ ਨੂੰ ਜਾ ਸਕਦੀ ਹੈ। ਉਹਦੀ ਮੁਖਾਲਫਤ ਕਰ ਰਹੀ ਹੈ। ਹੁਣ ਕਾਂਗਰਸ ਨੇ ਪ੍ਰਿਯੰਕਾ ਗਾਂਧੀ ਨੂੰ ਸੈੱਟ ਕਰਨਾ ਹੈ ਤੇ ਕਿਸੇ ਤਰੀਕੇ ਨਾਲ ਚਿਹਰਾ ਬਣਾਉਣਾ ਹੈ, ਤਾਂ ਪੰਜਾਬ ਦੀ ਸਟੇਟ ਉਹਨਾਂ ਵਾਸਤੇ ਸਭ ਤੋਂ ਸੂਤ ਬੈਠਦੀ ਹੈ। ਗੱਲ ਇਹ ਹੈ ਕਿ ਇਸ ਵੇਲੇ ਜਿਹੜੀ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਰਾਜ ਕਰ ਰਹੇ ਨੇ, ਲੈਪਟਾਪ ਤੇ ਰਾਜ ਕਰਨ ਵਾਲੇ ਮੁੱਖ ਮੰਤਰੀ ਨੇ, ਉਹ ਹੁਣ 2015 'ਚ 2017 ਤੋਂ ਪਹਿਲਾਂ ਜਦੋਂ ਉਹਨਾਂ ਨੂੰ ਪ੍ਰਧਾਨ ਨਹੀਂ ਸੀ ਬਣਾਇਆ ਜਾ ਰਿਹਾ, ਉਸ ਵੇਲੇ ਵੀ ਉਹ ਕਿਤੇ ਨਾ ਕਿਤੇ ਕਿਆਸਰਾਈਆਂ ਲੱਗਦੀਆਂ ਸੀ ਕਿ ਉਹ ਆਪਣੀ ਇੱਕ ਜਾਟ ਮਹਾਸਭਾ ਜਿਹੜੀ ਬਣਾਈ ਹੋਈ ਸੀ, ਤਾਂ ਉਸ ਦੇ ਵਿੱਚ ਹੋ ਸਕਦਾ ਕਿ ਬੀਜੇਪੀ ਦੇ 'ਚ ਜਾ ਕੇ ਜੰਪ ਮਾਰ ਲੈਣ ਜਾਂ ਕਿਸੇ ਹੋਰ ਪਾਸੇ ਚਲੇ ਜਾਣ। ਹੁਣ ਉਸ ਸਾਰੀ ਘਟਨਾਕ੍ਰਮ ਦੇ ਵਿੱਚ ਜੇਕਰ ਪ੍ਰਿਯੰਕਾ ਗਾਂਧੀ ਪੰਜਾਬ ਦੇ ਵਿੱਚ ਆਉਂਦੀ ਹੈ, ਪੰਜਾਬ ਦੀ ਇੰਚਾਰਜ ਲਾਈ ਜਾਂਦੀ ਹੈ, ਕਿਉਂਕਿ ਆਸ਼ਾ ਸ਼ਰਮਾ ਦੇ ਤਕਰੀਬਨ ਦਿਨ ਪੂਰੇ ਹੋ ਗਿਆ। ਆਸ਼ਾ ਕੁਮਾਰੀ, ਸੌਰੀ ਮੈਂ ਆਸ਼ਾ ਸ਼ਰਮਾ ਕਹਿ ਰਿਹਾ, ਆਸ਼ਾ ਕੁਮਾਰੀ ਦੇ ਦਿਨ ਪੂਰੇ ਇਸ ਕਰਕੇ ਹੋ ਗਿਆ ਕਿਉਂਕਿ ਉਹ ਪੰਜਾਬ ਦੀ ਇੰਚਾਰਜ ਲਾਈ ਸੀ, ਪਰ ਉਹ ਭਾਸ਼ਾ ਹਮੇਸ਼ਾ ਹੀ ਕੈਪਟਨ ਅਮਰਿੰਦਰ ਦੇ ਬੋਲਦੇ ਆ, ਉਸ ਤੋਂ ਬਾਹਰ ਜਾ ਕੇ ਗੱਲ ਨਹੀਂ ਕਰਦੇ। ਔਰ ਪੰਜਾਬ ਦੇ ਵਿੱਚ ਜਿਹੜੀ ਇੱਕ ਲੀਡਰਸ਼ਿਪ ਹੈ ਉਹ ਕਿਤੇ ਨਾ ਕਿਤੇ ਆਪਸ ਵਿੱਚ ਵੰਡੀ ਖੰਡੀ ਜੀ ਨਜ਼ਰ ਆਉਂਦੀ ਹੈ। ਜੇ ਪ੍ਰਿਯੰਕਾ ਗਾਂਧੀ ਇੱਥੇ ਆ ਜਾਂਦੀ ਹੈ ਤਾਂ ਉਹ ਲੀਡਰਸ਼ਿਪ ਸਾਰੀ ਇੱਕ ਤਾਂ ਯੂਨਾਈਟ ਹੋ ਸਕਦੀ ਹੈ। ਦੂਸਰਾ, ਨਵਜੋਤ ਸਿੰਘ ਸਿੱਧੂ ਨੂੰ ਖਾਸ ਤੌਰ ਤੇ ਤਾਂ ਬਹੁਤ ਫਾਇਦਾ ਹੋ ਸਕਦਾ। ਨਵਜੋਤ ਸਿੰਘ ਸਿੱਧੂ, ਕਿਉਂਕਿ ਪ੍ਰਿਯੰਕਾ ਔਰ ਰਾਹੁਲ ਨਵਜੋਤ ਸਿੰਘ ਸਿੱਧੂ ਨੂੰ ਬਿਲਕੁਲ 1 to 1 ਉਹਦੇ ਨਾਲ ਗੱਲ ਕਰਦੇ ਆ, ਉਹਨੂੰ ਨਿੱਜੀ ਰੂਪ 'ਚ ਮਿਲਦੇ ਆ, ਬਾਕੀ ਲੀਡਰਾਂ ਨੂੰ ਬਹੁਤ ਟਾਈਮ ਲੈਣਾ ਪੈਂਦਾ। ਸੋ ਪੰਜਾਬ ਦੇ ਵਿੱਚ ਜੇਕਰ ਕਾਂਗਰਸ ਨੂੰ ਪ੍ਰਿਯੰਕਾ ਆ ਕੇ ਸਟਰੋਂਗ ਕਰ ਲੈਂਦੀ ਹੈ, ਕਾਂਗਰਸ ਦੇ ਵਿੱਚ ਦੁਬਾਰਾ ਪੰਜਾਬ 'ਚ ਰਿਪੀਟ ਕਰ ਜਾਂਦੀ ਹੈ, ਪ੍ਰਿਯੰਕਾ ਦਾ ਕੱਦ ਵੱਧ ਜਾਣਾ। ਉਹਦਾ ਕੱਦ ਵਧਣ ਦੇ ਨਾਲ ਉਹਨੂੰ UP 'ਚ ਬੜਾ ਫਾਇਦਾ ਹੋ ਜਾਣਾ ਜੀ। ਔਰ ਕਿਉਂਕਿ ਅਜੇ ਪੰਜਾਬ ਦੀਆਂ ਇਲੈਕਸ਼ਨਾਂ UP ਤੋਂ ਪਹਿਲਾਂ ਇਕੱਠੀ ਨੇ ਇਹਨਾਂ ਦੀਆਂ, ਸੋ ਉਹ ਸਾਰੀ ਚੀਜ਼ ਦੇ ਵਿੱਚ ਜਾ ਕੇ ਨੈਸ਼ਨਲ ਲੈਵਲ ਦਾ ਜਿਹੜਾ ਕੈਨਵਸ ਹੈ
ਉਸ ਦੇ ਵਿੱਚ ਪ੍ਰਿਯੰਕਾ ਗਾਂਧੀ ਇੱਕ ਵੱਡੀ ਲੀਡਰ ਦੇ ਤੌਰ ਤੇ ਔਰ ਆਉਂਦਾ ਸਮਾਂ ਜਿਹੜਾ 2024 ਦਾ ਆਪਾਂ ਦੇਖਦੇ ਹਾਂ ਉਹਦੇ 'ਚ ਹੋ ਸਕਦਾ ਹੈ ਕਿ ਰਾਹੁਲ ਗਾਂਧੀ ਨੂੰ ਰਿਪਲੇਸ ਕਰਕੇ ਪ੍ਰਿਯੰਕਾ ਗਾਂਧੀ ਨੂੰ ਲਿਆਂਦਾ ਜਾ ਸਕਦਾ। ਕਾਂਗਰਸ ਦੀ ਜਿਹੜੀ ਸਥਿਤੀ ਆ ਉਹ ਸੁਧਰ ਸਕਦੀ ਜੀ ਜੀ। ਅਕਾਲੀ ਦਲ ਦੀ ਗੱਲ ਕਰ ਲੈਂਦੇ ਹਾਂ ਹਰਪ੍ਰੀਤ ਜੀ, ਜਿਹੜਾ ਯੂਨਾਈਟਿਡ ਅਸੀਂ ਗੱਲ ਕਰਦੇ ਹਾਂ ਅਕਾਲੀ ਦਲ ਦੀ, ਉਹ ਹੁਣ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਜਿਹੜਾ ਕਾਂਗਰਸ ਅਕਾਲੀ ਦਲ ਹੈਗਾ ਉਹਦੇ ਵਿੱਚ ਸ਼ਾਮਿਲ ਹੋਣ ਜਾ ਰਿਹਾ। ਅਸਲ 'ਚ ਗੱਲ ਇਹ ਹੁੰਦੀ ਹੈ ਜੀ ਕਿ ਰਾਜਨੀਤੀ 'ਚ ਜਿਹੜਾ ਸੱਚ ਬੋਲਦਾ ਉਹਨੂੰ ਝੂਠਾ ਮੰਨਿਆ ਜਾਂਦਾ। ਜੇ ਇੱਕ ਤੁਸੀਂ ਉੱਥੇ ਸਹੀ ਗੱਲ ਕਹੋਗੇ ਤਾਂ ਤੁਹਾਨੂੰ ਕਹਿਣਗੇ ਇਹ ਤਾਂ ਬੇਵਕੂਫ ਬੰਦਾ। ਉੱਥੇ ਚਾਹੀਦਾ ਨਾਟਕਬਾਜ਼, ਡਰਾਮੇਬਾਜ਼, ਜੁਮਲੇਬਾਜ਼ੀ, ਪੈਸੇ ਦਾ ਜੁਗਾੜ, ਸਾਰਾ ਸਿਸਟਮ ਉਹ ਹੋਣਾ ਚਾਹੀਦਾ। ਪੰਜਾਬ 'ਚ ਗਰੁੱਪ ਬੜੇ ਉੱਠੇ ਔਰ ਸਾਫ਼ ਸੁਥਰੀ ਇਮੇਜ ਵਾਲੇ ਉੱਠੇ। ਖਾਸ ਤੌਰ ਤੇ ਜੇਕਰ ਮਨਪ੍ਰੀਤ ਬਾਦਲ ਦੀ ਆਪਾਂ PPP ਪਾਰਟੀ ਦੀ ਗੱਲ ਕਰਦੇ ਹਾਂ, ਉਹ ਸਾਫ਼ ਸੁਥਰੀ ਅਕਸ਼ ਵਾਲਾ ਬੰਦਾ ਆਇਆ ਸੀ ਸਾਹਮਣੇ। ਪੰਜਾਬ ਦੇ ਲੋਕਾਂ ਨੇ ਨਾਅਰੇ ਜਕਾਰੇ ਬੜੇ ਲਾਏ, ਪਰ ਜਦੋਂ ਮੌਕਾ ਆਇਆ ਇੱਕ ਵੀ ਸੀਟ ਨਹੀਂ ਦਿੱਤੀ। ਫਿਰ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਜਿਹੜੀਆਂ ਖੜੀਆਂ ਹੋ ਰਹੀਆਂ ਨੇ, ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਲੋਕ ਟਿਪੀਕਲ ਪਾਰਟੀਆਂ ਦੇ ਉਸ ਜਿਹੜੀ ਟਰੌਮਾ 'ਚੋਂ ਬਾਹਰ ਨਹੀਂ ਨਿਕਲ ਰਹੇ। ਸੋ ਇਸ ਦੇ ਚੱਲਦਿਆਂ ਹੁਣ ਇੱਕ ਨਵਾਂ ਗਰੁੱਪ ਬਣਿਆ, ਉਹ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ। ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਨੂੰ ਅਲਵਿਦਾ ਕਰਕੇ, ਔਰ ਇਸ ਵੇਲੇ ਬੜੀ ਪੰਜਾਬ 'ਚ ਚਰਚਾ ਇਸ ਗੱਲ ਦੀ ਵੀ ਹੈ ਕਿ ਸੁਖਬੀਰ ਸਿੰਘ ਬਾਦਲ ਵੀ ਰਾਹੁਲ ਗਾਂਧੀ ਬਣਦੇ ਜਾ ਰਹੇ ਹੈ। ਉਹਨਾਂ ਦੇ ਵੀ ਨਾਲ ਦੇ ਸਾਥੀ ਛੱਡ ਕੇ ਜਾ ਰਹੇ ਹੈ। ਹੁਣ ਢੀਂਡਸਾ ਸਾਹਿਬ ਨੇ ਜਿਹੜਾ ਇੱਕ ਨਵਾਂ ਗਰੁੱਪ ਬਣਾਇਆ, ਉਸ ਦੇ ਵਿੱਚ ਯੂਨਾਈਟਿਡ ਅਕਾਲੀ ਦਲ ਦਾ ਰਲੇਵਾਂ ਹੋ ਸਕਦਾ। ਉਹਨਾਂ ਦੇ ਲੀਡਰ ਮਨਾਵਾ ਸਾਹਿਬ ਨੇ ਇਹ ਐਲਾਨ ਕੀਤਾ ਕਿ ਅਸੀਂ ਉਹਨਾਂ ਦੇ ਨਾਲ ਅੱਗੇ ਜਾ ਸਕਦੇ ਹਾਂ, ਔਰ ਹੋਰ ਵੀ ਗਰੁੱਪ ਉਹਨਾਂ ਦੇ ਨਾਲ ਅੱਗੇ ਜਾ ਕੇ ਉਹਨਾਂ ਦੇ ਨਾਲ ਇਕੱਠੇ ਹੋ ਕੇ ਮਤਲਬ ਪੰਜਾਬ ਦੀ ਸਿਆਸਤ ਦੇ ਵਿੱਚ ਆਪਣਾ ਬਣਦਾ ਰੋਲ ਨਿਭਾ ਸਕਦੇ ਆ। ਦੂਜੇ ਪਾਸੇ ਇਹ ਵੀ ਦੇਖਣ ਵਾਲੀ ਹੋਣੀ ਹੈ ਕਿ ਜਿਹੜਾ ਡਾਕਟਰ ਧਰਮਵੀਰ ਗਾਂਧੀ, ਸੁਖਪਾਲ ਸਿੰਘ ਖਹਿਰਾ, ਬੈਂਸ ਭਰਾ, ਇਹ ਅਜੇ ਤੱਕ ਇਹਨਾਂ ਦੀ ਆਪਸ 'ਚ ਗੱਲਾਂ ਬਾਤਾਂ ਤਾਂ ਚੱਲ ਰਹੀਆਂ ਨੇ ਕਿ ਇਹ ਇਕੱਠੇ ਹੁੰਦੇ ਆ, ਕਿਉਂਕਿ ਪੰਜਾਬ 'ਚ ਇੱਕ ਸਮੱਸਿਆ ਬੜੀ ਹੈ। ਪੰਜਾਬ ਦੇ ਸਾਰੇ ਲੋਕ ਕਹਿੰਦੇ ਆ, ਜਿੰਨੇ ਵੀ ਲੀਡਰ ਨੇ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬਰਕਤ ਤਾਂ ਉੱਥੇ ਹੈ ਨਹੀਂ, ਸਾਰੇ ਲੀਡਰ ਨੇ, ਔਰ ਸਾਰਿਆਂ ਨੂੰ ਇਸ ਗੱਲ ਦਾ ਵਹਿਮ ਬੜਾ ਹੈ ਕਿ ਮੈਨੂੰ ਬਣਾ ਕੇ ਰੱਬ ਬਾੜ 'ਚ ਵੜ ਗਿਆ, ਮੁੜ ਕੇ ਨਿਕਲਿਆ ਨਹੀਂ। ਉਹ ਕਹਿੰਦੇ ਵੀ ਜੋ ਆਦ ਸੱਚ ਤੇ ਜੁਗਾਦ ਸੱਚ, ਜਿਹੜੀ ਗੱਲ ਮੈਂ ਕਹਿਤੀ ਮੇਰੇ ਤੋਂ ਵਜਨਦਾਰ ਕੋਈ ਨਹੀਂ। ਉਹ ਆਪਣਾ ਸਿਆਸੀ ਵਜਨ ਨਹੀਂ ਦੇਖਦੇ। ਜੇਕਰ ਉਹ ਪੰਜਾਬ ਦਾ ਭਲਾ ਚਾਹੁੰਦੇ ਹੋਣ, ਫਿਰ ਆਪਣੀ ਹੈਸੀਅਤ ਦੇ ਮੁਤਾਬਕ ਉਹਨਾਂ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ। ਅਸਲ 'ਚ ਪੰਜਾਬੀ ਭੁੱਖੇ ਬਹੁਤ ਹੁੰਦੇ ਆ ਪਾਵਰ ਦੇ। ਉਹਨਾਂ ਨੂੰ ਜੇਕਰ ਇੱਥੋਂ ਪਾਵਰ ਨਾ ਮਿਲੀ ਤਾਂ ਇਹਨਾਂ ਨੇ ਛੱਡ ਕੇ ਹੋਰ ਚਲੇ ਜਾਣਾ। ਫੋਰ ਐਗਜ਼ਾਮਪਲ, ਜਿਵੇਂ ਆਪਾਂ ਇੱਕ ਗੁਰਦੁਆਰਾ ਇੱਥੇ ਬਣਾ ਲਿਆ, ਜੋ ਪ੍ਰਧਾਨਗੀ ਨਾ ਮਿਲੀ ਤਾਂ ਅਗਲਾ ਬਣਾ ਲੈਣਾ। ਇਹ ਪ੍ਰਕਾਸ਼ ਸਿੰਘ ਬਾਦਲ ਇਹ ਗੱਲ ਸੁਣਾਉਂਦੇ ਹੁੰਦੇ ਸੀ। ਉਹ ਕਹਿੰਦੇ ਹੋਇਆ ਕਿ ਇੱਕ ਵਾਰੀ ਮੈਂ ਯੂਪੀ ਗਿਆ, ਉਦਮ ਨਗਰ 'ਚ, ਉੱਥੇ ਪੰਜਾਬੀਆਂ ਦਾ ਡੈਲੀਗੇਸ਼ਨ ਮੈਨੂੰ ਮਿਲਣ ਆ ਰਹੇ ਸੀ, ਤਾਂ ਮੈਨੂੰ ਪਤਾ ਲੱਗਿਆ ਕਿ ਤੁਹਾਨੂੰ ਇੱਕ ਮੁਸਲਮਾਨ ਭਾਈਚਾਰੇ ਦਾ ਡੈਲੀਗੇਸ਼ਨ ਮਿਲਣਾ ਚਾਹੁੰਦਾ। ਕਹਿੰਦਾ ਮੈਂ ਪੁੱਛਿਆ ਵੀ ਮੁਸਲਮਾਨ ਭਾਈਚਾਰਾ ਮੈਨੂੰ ਕਿਉਂ ਮਿਲਣ ਆ ਰਿਹਾ, ਮੈਂ ਤਾਂ ਪੰਜਾਬੀਆਂ ਨੂੰ ਆ ਰਿਹਾ। ਕਹਿੰਦੇ ਨਹੀਂ ਜੀ, ਆਪਾਂ ਮਿਲ ਲਓ, 15-20 ਬੰਦੇ ਆ। ਕਹਿੰਦਾ ਮੈਂ ਕਿਹਾ ਵੀ ਬੁਲਾ ਲਓ। ਕਹਿੰਦਾ ਬੁਲਾਇਆ ਮੈਂ ਮੁਸਲਮਾਨ ਭਾਈਚਾਰੇ ਨੂੰ, ਆਪਣਾ ਇੱਕ ਜਥੇਦਾਰ ਪੂਰਾ ਦਾੜਾ ਪ੍ਰਕਾਸ਼ ਪੱਗ ਬੰਨੀ ਹੋਈ ਉਹਨਾਂ ਦੇ ਮੂਹਰੇ ਆਵੇ। ਕਹਿੰਦਾ ਮੈਂ ਕਿਹਾ ਵੀ ਕਾਕਾ ਜੀ ਤੁਸੀਂ ਜਾਓ ਉੱਧਰ, ਵੀ ਮੈਂ ਤਾਂ ਨਾ ਉੱਧਰ ਮੁਸਲਮਾਨਾਂ ਨੂੰ ਮਿਲਣਾ, ਉਹਨਾਂ ਦੇ ਪ੍ਰਧਾਨ ਨੂੰ ਮਿਲਣਾ। ਉਹ ਵਜਾ ਕੇ ਫਤਿਹ ਕਹਿੰਦਾ ਜੀ ਮੈਂ ਹੀ ਉਹਨਾਂ ਦਾ ਪ੍ਰਧਾਨ ਆ। ਉਹ ਕਹਿੰਦੇ ਵੀ ਤੁਸੀਂ ਉਹਨਾਂ ਦੇ ਪ੍ਰਧਾਨ ਕਿਵੇਂ ਹੋ? ਕਹਿੰਦਾ ਅਸਲ 'ਚ ਕੀ ਹੋਇਆ ਸੀ ਜੀ, ਇੱਥੇ ਸ਼੍ਰੋਮਣੀ ਅਕਾਲੀ ਦਲ ਨੇ ਮੈਨੂੰ ਪ੍ਰਧਾਨ ਬਣਾਇਆ ਨਹੀਂ, ਫਿਰ ਮੈਂ ਤਾਂ ਪ੍ਰਧਾਨ ਬਣਨਾ ਸੀ ਕਿਤੇ ਨਾ ਕਿਤੇ, ਇਸ ਕਰਕੇ ਮੈਂ ਮੁਸਲਮਾਨਾਂ ਪਾਰਟੀ ਦਾ ਪ੍ਰਧਾਨ ਬਣ ਗਿਆ। ਮੈਨੂੰ ਐਂਦਗੀ ਉਹਨਾਂ ਦੀ ਕਰਨਾ ਆ, ਪਰ ਹੈ ਪੰਜਾਬੀ ਹਾਂ। ਸੋ ਇਸ ਕਰਕੇ ਪੰਜਾਬੀਆਂ ਦੀ ਜਿਹੜੀ ਆਦਤ ਹੈ ਕਿ ਮੈਂ ਪਾਵਰ 'ਚ ਰਹਿਣਾ ਜੀ, ਪਾਵਰ ਮੈਨੂੰ ਭੁੱਖ ਚਾਹੀਦੀ ਹੈ, ਉਸ ਚੀਜ਼ 'ਚ ਇਹ ਰਾਜਨੀਤਿਕ ਨੇਤਾਵਾਂ ਨੂੰ ਆਪਣਾ ਕੱਦ ਪਛਾਣ ਕੇ ਇਕੱਠੇ ਹੋਣਾ ਚਾਹੀਦਾ ਹੈ, ਤਾਂ ਹੀ ਪੰਜਾਬ ਦਾ ਭਲਾ ਹੋਣਾ। ਅਦਰਵਾਈਜ਼ ਤਾਂ ਫਿਰ ਆਪੋ ਆਪਣੀ ਰੇੜੜੀ ਤੇ ਆਪੋ ਆਪਣੇ ਗੇਗੜੇ ਉਹ ਆਪਣਾ ਕੁਝ ਕਰਦੇ ਫਿਰੀ ਜਾਣ। ਚੌਧਰ ਸਾਰਿਆਂ ਨੂੰ ਚਾਹੀਦੀ ਹੈਗੀ ਹੈ, ਪ੍ਰਧਾਨਗੀ ਦਾ ਮਸਲਾ, ਕੁਰਸੀ ਦਾ ਮਸਲਾ ਹੈ ਹਰ ਕਿਤੇ, ਚਾਹੇ ਉਹ ਜਿੱਥੇ ਮਰਜ਼ੀ ਚਲੇ ਜਾਈਏ ਅਸੀਂ। ਹੁਣ ਜਦੋਂ ਅਸੀਂ ਅਕਾਲੀ ਦਲ ਦੀ ਗੱਲ ਕਰ ਰਹੇ ਹੈਗੇ ਹਾਂ, ਤੇ ਨਾਲ ਨਾਲ ਜੇ ਅਸੀਂ ਹੁਣ SGPC ਦੀ ਗੱਲ ਕਰ ਲਈਏ ਕਿ ਉਹ ਵਿਵਾਦਾਂ 'ਚ ਆ, ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਮਾਮਲੇ ਦੇ ਵਿੱਚ ਜਿਹੜੀ ਹੈ ਉਹ ਦੁਬਾਰਾ ਫੇਰ ਹੁਣ ਵਿਵਾਦਾਂ 'ਚ ਆ ਗਈ ਹੈ। ਕਿਉਂ ਹੁਣ ਵਿਵਾਦ ਦੁਬਾਰਾ ਸ਼ੁਰੂ ਹੋ ਗਏ? ਇਹ ਬੜਾ ਦੁਖਦਾਈ ਪੱਖ ਹੈ ਸਾਡੇ ਸਿੱਖ ਪੰਥ ਦਾ, ਸਿੱਖ ਕੌਮ ਦਾ, ਸਿੱਖ ਦੀ ਰਾਜਨੀਤੀ ਦਾ ਔਰ ਧਾਰਮਿਕ ਤੌਰ ਤੇ। ਇਹ ਘਟਨਾ ਹੈਗੀ ਆ 2016 ਦੀ ਕਿ ਗੁਰਦੁਆਰਾ ਰਾਮਸਰ ਸਾਹਿਬ ਜਿਹੜੇ ਅੰਮ੍ਰਿਤਸਰ 'ਚ ਨੇ, ਜਿੱਥੇ ਪ੍ਰਕਾਸ਼ਨ ਹੁੰਦਾ ਹੈ, ਜਿੱਥੇ ਪਬਲੀਕੇਸ਼ਨ ਹੁੰਦੀ ਹੈ ਗੁਰਦੁਆਰਾ ਸਾਹਿਬ ਦੀ, ਗੁਰੂ ਗ੍ਰੰਥ ਸਾਹਿਬ ਦੀ, ਉੱਥੋਂ ਇਹ ਖਬਰ ਆਈ ਕਿ ਇਲੈਕਟ੍ਰੀਸਿਟੀ ਸ਼ਾਰਟ ਹੋਣ ਕਰਕੇ 14 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਉਹ ਅਗਨੀ ਭੇਂਟ ਹੋ ਗਏ। ਤੇ ਉਸ ਮਾਮਲੇ 'ਚ ਉਸ ਗੱਲ ਨੂੰ ਰਹਿ ਗਈ। ਇਹ ਤਾਂ ਰੌਲਾ ਹੁਣ ਪਿਆ ਜਦੋਂ 30 ਮਈ ਨੂੰ ਉੱਥੋਂ ਦਾ ਜਿਹੜਾ ਸੁਪਰਵਾਈਜ਼ਰ ਸੀ, ਉਹ ਸੁਪਰਵਾਈਜ਼ਰ ਦੀ ਰਿਟਾਇਰਮੈਂਟ ਸੀ। ਜਦੋਂ ਉਹ ਅਗਲੇ ਸੁਪਰਵਾਈਜ਼ਰ ਨੂੰ ਆਪਣਾ ਸੰਭਾਲਣ ਲੱਗਿਆ ਤਾਂ ਉਹਨੇ ਜਦੋਂ ਡਾਟੇ ਚੈੱਕ ਕੀਤੇ
ਉਹ ਕਹਿੰਦਾ ਵੀ ਇੱਥੇ ਤਾਂ 267 ਬੀਟਾਂ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ, ਉਹ ਘੱਟ ਨੇ। ਉਹਨਾਂ ਦਾ ਹਿਸਾਬ ਕਿਤਾਬ ਦਿਓ, ਮੈਂ ਕਿਵੇਂ ਮੈਂ ਨਹੀਂ ਬੈਠਦਾ ਇਸ ਤਰੀਕੇ ਨਾਲ। ਜਦੋਂ ਫਿਰ ਇਹ ਗੱਲ ਖੁੱਲੀ, ਫਿਰ ਇਹ ਗੱਲਾਂ ਸਾਹਮਣੇ ਆਈਆਂ ਕਿ ਪਹਿਲੀ ਤਾਂ ਗੱਲ ਇਹ, ਉਸ ਮੈਨੇਜਰ ਨੇ ਜਿਹੜਾ ਰਿਟਾਇਰ ਹੋਇਆ, ਉਹਨੇ ਦੋਸ਼ ਲਾਇਆ ਕਿ ਜਿਹੜੇ ਇੱਥੇ ਪ੍ਰਭਾਵਿਤ ਵਿਅਕਤੀ ਨੇ, ਜਿਹੜੇ ਇਸ ਪੰਥ ਨੂੰ ਜਾਂ SGPC ਨੂੰ ਚਲਾਉਂਦੇ ਆ ਜੀ, ਉਹ ਆਪਣੇ ਪ੍ਰਭਾਵ ਨਾਲ ਬਿਨਾਂ ਰਿਕਾਰਡ ਤੋਂ, ਚੜ੍ਹਾਈ ਤੋਂ ਐਂਟਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਾਹਰ ਭੇਜਦੇ ਆ। ਕਿਹਨੂੰ ਦਿੰਦੇ ਆ, ਕਿਹਨੂੰ ਨਹੀਂ ਦਿੰਦੇ, ਇਹ ਜਾਂਚ ਦਾ ਵਿਸ਼ਾ ਹੈ ਜੀ। ਉਸ ਤੋਂ ਇਲਾਵਾ ਉਹਨੇ ਦੱਸਿਆ ਕਿ ਜਦੋਂ 2016 ਦੇ ਵਿੱਚ ਸ਼ਾਰਟ ਸਰਕਟ ਦੀ ਗੱਲ ਹੋਈ, ਉਸ ਵੇਲੇ 80 ਗੁਰੂ ਗ੍ਰੰਥ ਸਾਹਿਬ ਦਾ ਨੁਕਸਾਨ ਹੋਇਆ। ਇਹਨਾਂ ਨੇ ਸਿਰਫ ਤੇ ਸਿਰਫ 14 ਦੱਸੇ। ਹੁਣ 80 ਦੇ ਵਿੱਚ ਦੇਖੋ, ਗੱਲ ਇਹ ਹੈ, ਸਾਡੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਪੰਨਾ ਜਾਂ ਇੱਕ ਅੰਗ ਜੇਕਰ ਉਹ ਨੁਕਸਾਨਦੇਹ ਹੋ ਜਾਂਦਾ ਤਾਂ ਉਸ ਦਾ ਪਛਤਾਤਾਪ ਅਸੀਂ ਕਰਦੇ ਹਾਂ, ਕਿਉਂਕਿ ਗੁਰੂ ਗ੍ਰੰਥ ਨੂੰ ਆਪਾਂ ਸਾਰੇ ਇੱਕ ਊਟ ਆਸਰਾ ਜਾਂ ਉਸ ਤੋਂ ਆਪਾਂ ਸੇਧ ਲੈ ਕੇ ਚੱਲਦੇ ਹਾਂ। ਹੁਣ ਦੁਖਦਾਈ ਖਬਰ ਜਿਹੜੀ ਕਰਨ ਵਾਲੀ ਆ, ਸਾਂਝੀ ਗੱਲ ਇਹ ਹੈ ਕਿ 267 ਸਰੂਪ ਨੇ, ਉਹਨਾਂ ਦੀ ਜਾਂਚ ਪੜਤਾਲ ਹੋਣੀ ਬੜੀ ਲਾਜ਼ਮੀ ਹੈ। ਦੂਸਰੀ ਗੱਲ ਇਹ ਹੈ ਕਿ ਉੱਥੇ ਉਸ ਵੇਲੇ ਦਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਗਿਆ, ਉਸ ਵੇਲੇ ਦੇ ਜਿਹੜੇ ਉਹਨਾਂ ਦੇ ਪ੍ਰਧਾਨ ਸੀ ਉਹ ਵੀ ਗਏ, ਪਰ ਖਬਰਾਂ ਇਹ ਨੇ ਉਸ ਵਿਅਕਤੀ ਦੇ ਦੱਸਣ ਦੇ ਮੁਤਾਬਕ ਕਿ ਪ੍ਰਧਾਨ ਜੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਮਾਮਲਾ ਪਹਿਲਾਂ ਹੀ ਆਪਣੇ ਤਾਂ ਬਰਗਾੜੀ ਵਾਲਾ ਆਪਣੇ ਜੜ੍ਹਾਂ 'ਚ ਬੈਠਿਆ ਹੋਇਆ, ਪਰ ਜੇਕਰ ਇਹ ਗੱਲ ਸਾਹਮਣੇ ਆ ਗਈ ਤਾਂ ਆਪਣੇ ਲੋਕਾਂ ਨੇ ਹੋਰ ਪਿੱਛੇ ਪੈ ਜਾਣਾ। ਕਹਿੰਦਾ ਇਸ ਮਸਲੇ ਨੂੰ ਠੱਪ ਕਰ ਦਿਓ। ਤੁਸੀਂ ਦੇਖੋ, ਇਸ ਤੋਂ ਵੱਧ ਧਰੋ ਤੁਸੀਂ ਕੀ ਕਮਾ ਸਕਦੇ ਹੋ। ਗੁਰੂ ਗ੍ਰੰਥ ਸਾਹਿਬ ਦੀ ਜਿਹੜੇ ਸਰੂਪ ਇੰਨਾ ਨੁਕਸਾਨਿਆ ਗਿਆ, ਉਹਨਾਂ ਦੇ ਮਾਮਲੇ ਜਦੋਂ ਤੁਸੀਂ ਪਛਤਾਚਾਪ ਕਰਨਾ ਹੁੰਦਾ, ਉਹ ਤੁਸੀਂ ਕੀਤਾ ਨਹੀਂ। ਫਿਰ ਗੋਇੰਦਵਾਲ ਜਿੱਥੇ ਜਾ ਕੇ ਬੇੜਾ ਨੂੰ ਆਪਾਂ ਨੇ ਰੱਖਣਾ ਹੁੰਦਾ, ਉੱਥੇ ਦਾ ਰਿਕਾਰਡ ਹੈ, ਉੱਥੇ ਤੁਸੀਂ ਕੋਈ ਰਿਕਾਰਡ 'ਚ ਨਹੀਂ ਪਏ। ਇਹਦਾ ਮਤਲਬ ਉਹ ਕਿੱਥੇ ਗਈਆਂ, ਕੀ ਉਹਨਾਂ ਦੀ ਕੀ ਬੇਅਦਬੀ ਕੀਤੀ, ਕੀ ਤੁਸੀਂ ਕੀਤਾ। ਇਹ ਬਹੁਤ ਵੱਡਾ ਇਹ ਮਾਮਲਾ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਦੁਆਰਾ ਜੜ੍ਹਾਂ 'ਚ ਬੈਠ ਸਕਦਾ। ਜੀ ਬਿਲਕੁਲ। ਜਿਹੜਾ ਇੱਕ ਪਾਸੇ ਤਾਂ ਬਰਗਾੜੀ ਹੈ, ਪਰ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਉੱਧਰੋਂ ਬਾਬੇ ਦੇ ਉਹਦਾ ਪੁਸ਼ਾਕ ਦਾ ਮਾਮਲਾ ਜੀ ਠੰਡਾ ਨਹੀਂ ਹੋਇਆ ਅਜੇ। ਫਿਰ ਆਹ ਜਿਹੜੀਆਂ ਘਟਨਾਵਾਂ ਆ ਗਈਆਂ। ਹੁਣ ਹੋਇਆ ਕੀ ਹੈ ਕਿ ਮੰਗ ਇਸ ਦੇ ਵਿੱਚ ਚੱਲ ਰਹੀ ਹੈ ਕਿ ਇਸ ਦੀ ਜਾਂਚ ਪੜਤਾਲ ਕੀਤੀ ਜਾਵੇ। ਹੁਣ ਪਤਾ ਲੱਗਿਆ ਹੈ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਕਹਿ ਦਿੱਤਾ ਗਿਆ ਜੀ ਵੀ SGPC ਤਾਂ ਕਰਾ ਨਹੀਂ ਸਕਦੀ, ਤੁਸੀਂ ਇਸ ਦੀ ਜਾਂਚ ਪੜਤਾਲ ਕਰਾਓ। ਹੁਣ ਅਕਾਲ ਤਖਤ ਦੇ ਜਥੇਦਾਰ ਨੇ ਇੱਕ ਕਮੇਟੀ ਬਣਾਈ ਹੈ। ਹੁਣ ਉਸ ਦੇ ਵਿੱਚ ਇੱਕ ਕਮਿਸ਼ਨ ਬਣਾਇਆ, ਜਿਹੜੇ ਇੱਕ ਜੱਜ ਹੈ ਨਵੀਤਾ ਸਿੰਘ, ਸ਼ਾਇਦ ਉਹਨਾਂ ਦਾ ਨਾਮ ਹੈ, ਰਿਟਾਇਰਡ ਜੱਜ, ਉਹਨਾਂ ਦੇ ਸੰਦਰਭ 'ਚ ਬਣਾ ਕੇ ਕਮੇਟੀ ਇਸ ਦੀ 1 ਮਹੀਨੇ 'ਚ ਕਹਿੰਦੇ ਅਸੀਂ ਜਾਂਚ ਪੜਤਾਲ ਕਰਨੀ ਹੈ। ਹੁਣ ਇਹ ਵੀ ਗੱਲਾਂ ਸਾਹਮਣੇ ਆਉਣੀਆਂ ਲਾਜ਼ਮੀ ਨੇ, ਕਿਉਂਕਿ ਜਦੋਂ ਪਿਛਲੇ ਕੁਝ ਮਾਮਲੇ ਇਸ ਤਰ੍ਹਾਂ ਦੇ ਹੋਏ ਨੇ, ਜਦੋਂ ਇਹ ਜਾਂਚ ਪੜਤਾਲ ਬਿਠਾਈਆਂ ਜਾਂਦੀਆਂ ਨੇ, ਇਹ ਜਾਂਚ ਕਰਨ ਵਾਸਤੇ ਨਹੀਂ ਉਠਾਈਆਂ ਜਾਂਦੀਆਂ, ਇਹ ਜਾਂਚ ਪੜਤਾਲ ਤੇ ਮਿੱਟੀ ਪਾਉਣ ਵਾਸਤੇ ਕਰਾਈਆਂ ਜਾਂਦੀਆਂ ਨੇ ਕਿ ਜਾਂਚ ਪੜਤਾਲ 'ਚੋਂ ਆਪਣੇ ਬੰਦੇ ਨੂੰ ਕੱਢਣਾ ਕਿਵੇਂ ਹੈ। ਹੁਣ ਨਵੀਤਾ ਸਿੰਘ ਆਏ ਨੇ, ਨਵੀਤਾ ਸਿੰਘ ਜੀ ਦੇ ਕੀ ਲਿੰਕ ਨੇ, ਇਹ ਵੀ ਮੀਡੀਆ 'ਚ ਗੱਲ ਆ ਜਾਣੀ ਹੈ। ਪਰ ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਇਹ ਸਾਰੀ ਘਟਨਾਕ੍ਰਮ ਹੋਈ ਹੈ, ਇਸ ਨੇ ਇਸ ਗੱਲ ਨੂੰ ਉਜਾਗਰ ਕਰ ਦਿੱਤਾ ਕਿ ਸਾਡੀ SGPC ਨੂੰ ਕਿਸ ਤਰੀਕੇ ਨਾਲ ਜਿਹੜੀਆਂ ਧਾਰਮਿਕ ਜਿਹੜੀਆਂ ਸਾਡੀਆਂ ਚੀਜ਼ਾਂ ਨੇ, ਉਹਨਾਂ ਦਾ ਮਤਲਬ ਉਹਨਾਂ ਦਾ ਕਿਵੇਂ ਨੁਕਸਾਨ ਕੀਤਾ ਜਾ ਰਿਹਾ ਹੈ, ਉਹਨੂੰ ਕਿਸ ਤਰੀਕੇ ਨਾਲ ਬੁਲਾਉਂਦਾ ਜਾ ਰਿਹਾ ਹੈ। ਔਰ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ 'ਚ ਇੱਕ ਤਾਂ ਬਰਗਾੜੀ ਦਾ ਐਡਾ ਵੱਡਾ ਨੁਕਸਾਨ ਸਾਡਾ ਹੋਇਆ ਸੀ, ਇਹ ਉਸੇ ਤਰ੍ਹਾਂ ਦਾ ਨੁਕਸਾਨ ਫਿਰ ਇੱਕ ਵਾਰੀ ਸਾਹਮਣੇ ਆ ਰਿਹਾ ਹੈ। ਇਹ ਜਾਂਚ ਪੜਤਾਲ ਮਹੀਨੇ 'ਚ ਕੀ ਆਉਂਦੀ ਹੈ, ਪਰ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਜਿਹੜੇ ਲੀਡਰ ਜਿਨ੍ਹਾਂ ਦਾ ਕਬਜ਼ਾ ਹੈ, ਉਹ ਆਪਣੀ ਮਰਜ਼ੀ ਦੇ ਮੁਤਾਬਕ ਜਿਹੜਾ ਬਣਦਾ ਮਾਣ ਸਤਿਕਾਰ ਹੈ ਉਹਨੂੰ ਵੀ ਠੱਪ ਕਰਕੇ ਰੱਖ ਸਕਦੇ ਆ। ਜੀ ਬਿਲਕੁਲ। ਧਰਮ ਦੇ ਨਾਂ ਦੇ ਉੱਤੇ ਸਿਆਸਤ ਜਿਹੜੀ ਹੋ ਰਹੀ ਹੈਗੀ ਹੈ, ਧਰਮ ਨੂੰ ਕੁਝ ਸਮਝਿਆ ਹੀ ਨਹੀਂ ਜਾ ਰਿਹਾ ਹੈਗਾ। ਧਰਮ ਦੇ ਨਾਲ ਨਾਲ ਜੇ ਅਸੀਂ ਨਸਲਵਾਦ ਨੂੰ ਗੱਲ ਕਰ ਲਈਏ, ਉਹ ਵੀ ਜਿਹੜੀ ਹੈਗੀ ਆ ਸਾਡੇ ਸਾਹਮਣੇ ਆ ਰਹੀ ਹੈਗੀ ਹੈ। ਹੁਣ ਮੈਂ ਇੱਥੇ ਕੈਨੇਡਾ ਦੀ ਇੱਕ ਖਬਰ ਤੁਹਾਡੇ ਨਾਲ ਸਾਰੇ ਨਾਲ ਸਾਂਝੀ ਕਰਦੀ ਹਾਂ ਕਿ ਸਮਰਲੈਂਡ ਜਿਹੜਾ ਹੈਗਾ BC ਦੇ ਵਿੱਚ, ਜਿੱਥੇ ਅਕਸਰ ਲੋਕ ਛੁੱਟੀਆਂ ਦੇ ਲਈ ਜਾਂਦੇ ਰਹਿੰਦੇ ਹੈਗੇ ਆ, ਉੱਥੇ ਦੀ ਇੱਕ ਇੰਡੀਅਨ ਫੈਮਿਲੀ ਹੈਗੀ ਆ, ਉਹਨਾਂ ਦੇ ਘਰ ਦੇ ਉੱਤੇ ਵੀ ਜਿਹੜਾ ਨਸਲਵਾਦ ਦੀਆਂ ਟਿੱਪਣੀਆਂ ਕੀਤੀਆਂ ਗਈਆਂ, ਉਹਨਾਂ ਦੀ ਗ੍ਰੈਫਿਟੀ ਜਿਹੜਾ ਪੇਂਟ ਕਰ ਦਿੰਦੇ ਹੈਗੇ ਆ, ਉਹ ਕਰਕੇ ਗਿਆ ਕੋਈ ਰਾਤ ਦੇ ਸਮੇਂ 10 10:30 ਦਾ ਕਰੀਬ ਟਾਈਮ ਸੀਗਾ। ਤੇ ਉਦੋਂ ਉਹਨਾਂ ਨੇ ਪੁਲਿਸ ਨੂੰ ਵੀ ਕੰਪਲੇਂਟ ਕੀਤੀ ਹੈ ਤੇ ਉਹਨਾਂ ਦੇ ਜੋ ਕਹਿੰਦੇ ਨਾ ਸਵਾਸਤਵਿਕ ਦਾ ਚਿੰਨ, ਜਿਹਨੂੰ ਆਪਾਂ ਗਣੇਸ਼ ਦਾ ਚਿੰਨ ਵੀ ਕਹਿੰਦੇ ਆ, ਉਹ ਬਣਾ ਕੇ ਕੀਤਾ ਗਿਆ ਹੈਗਾ ਆ। ਸੋ ਉਹ ਕਹਿੰਦੇ ਸਾਨੂੰ 45 ਸਾਲ ਹੋ ਗਿਆ ਇੱਥੇ ਰਹਿੰਦਿਆਂ ਨੂੰ, ਉਦੋਂ ਤੋਂ ਕਦੇ ਇਦਾਂ ਦੀ ਕੁਝ ਸਾਨੂੰ ਸਾਹਮਣੇ ਨਹੀਂ ਆਇਆ। ਪਰ ਹੁਣ ਜਿਹੜਾ ਲਗਾਤਾਰ ਇਹ ਚੀਜ਼ਾਂ ਵੱਧ ਰਹੀਆਂ ਹੈਗੀਆਂ ਨੇ। ਹੁਣ ਭਾਰਤ ਦੇ ਵਿੱਚ ਧਰਮਵਾਦ ਦੀ ਗੱਲ ਹੋ ਜੇ ਕਿ ਧਰਮ ਬਦਲਣ ਨੂੰ ਕਿਹਾ ਜਾ ਰਿਹਾ, ਸਾਡਾ ਧਰਮ ਤੁਹਾਡੇ ਧਰਮ ਤੋਂ ਉੱਤੇ ਆ, ਇਹ ਗੱਲਾਂ ਵੀ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਹੈਗੀਆਂ ਨੇ। ਹੁਣ ਜਿਹੜਾ ਪ੍ਰਧਾਨ ਮੰਤਰੀ ਦਾ ਜਿਹੜਾ ਆਪਦਾ ਹਲਕਾ ਹੈਗਾ ਵਾਰਾਣਸੀ,
ਉੱਥੋਂ ਵੀ ਇੱਕ ਖਬਰ ਸਾਹਮਣੇ ਆਈ ਹੈ ਹਰਪ੍ਰੀਤ ਜੀ ਕਿ ਉਹਦੇ ਵਿੱਚ ਇੱਕ ਨੇਪਾਲੀ ਬੰਦੇ ਦੇ ਸਿਰ ਉੱਤੇ ਸ਼੍ਰੀ ਰਾਮ ਲਿਖ ਦਿੱਤਾ ਹੈਗਾ ਆ। ਸੋ ਉਹ ਪੂਰੀ ਖਬਰ ਕੀ ਹੈ? ਦੇਖੋ ਅਰਸ਼ ਜੀ, ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਪਿਛਲੇ ਕੁਝ ਸਮੇਂ ਤੋਂ ਸਾਡੇ ਦੇਸ਼ ਦੇ ਵਿੱਚ ਹਾਲਾਤ ਇਦਾਂ ਦੇ ਬਣੇ ਹੋਏ ਆ ਕਿ ਇੱਕ ਵਿਸ਼ੇਸ਼ ਧਰਮ ਨੂੰ ਉੱਪਰ ਚੱਕਣ ਵਾਸਤੇ ਬਾਕੀ ਦੇ ਜਿਹੜੇ ਘੱਟ ਗਿਣਤੀ ਦੇ ਧਰਮ ਨੇ ਉਹਨਾਂ ਨੂੰ ਦੱਬਣ ਵਾਸਤੇ ਉਹਨਾਂ ਤੇ ਹਰ ਤਰੀਕੇ ਨਾਲ ਤਸ਼ੱਦਦ ਤੇ ਹੋਰ ਤਰ੍ਹਾਂ ਦੀਆਂ ਖਬਰਾਂ ਲਗਾਤਾਰ ਆਪਾਂ ਨੂੰ ਦੇਖਣ ਔਰ ਸੁਣਨ ਨੂੰ ਮਿਲ ਰਹੀਆਂ ਨੇ। ਪਿਛਲੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਭਾਰਤ ਦੇ ਪਾਕਿਸਤਾਨ ਦੇ ਨਾਲ ਸੰਬੰਧ ਖਰਾਬ ਹੋਏ ਜਾਂ ਲਗਾਤਾਰ ਸੰਬੰਧ ਉਹਨਾਂ ਨਾਲ ਤਾਂ ਖਰਾਬ ਹੀ ਹੋ ਰਹੇ ਨੇ, ਪਰ ਇਹਨਾਂ ਦਿਨਾਂ 'ਚ ਬਾਲਾਕੋਟ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਦੇਖਣ ਨੂੰ ਮਿਲੀਆਂ ਜੀ। ਫਿਰ ਹੁਣ ਚਾਈਨਾ ਨਾਲ ਵੀ ਇੱਟ ਖੜੱਕਾ ਸਾਡਾ ਚੱਲਦਾ। ਰਹਿੰਦੀ ਕਸਰ ਇਹ ਸੀ ਕਿ ਗਵਾਂਢ ਮੱਥਾ ਬਦਲਿਆ ਨਹੀਂ ਜਾਂਦਾ ਹੁੰਦਾ। ਨੇਪਾਲ ਤੁਹਾਡਾ ਗਵਾਂਢੀ ਹੈ ਔਰ ਤੁਹਾਡਾ ਬੜਾ ਸਪੋਰਟਰ ਹੈ, ਤੁਸੀਂ ਬਿਨਾਂ ਪਾਸਪੋਰਟ ਤੋਂ ਜਾਂ ਨਾ ਬਿਨਾਂ ਬਾਰਡਰ ਤੋਂ ਇਸ ਤਰੀਕੇ ਨਾਲ ਤੁਸੀਂ ਉਹਨਾਂ ਦੇ ਜਾ ਸਕਦੇ ਕਰਦੇ ਸੀ। ਜੀ। ਹੁਣ ਨੇਪਾਲ ਨੇ ਜਿਸ ਤਰੀਕੇ ਨਾਲ ਭਾਰਤ ਨਾਲ ਸਵਰ ਬਦਲੇ, ਉਹਨਾਂ ਦੇ ਕਾਰਨ ਕੀ ਕਮਜ਼ੋਰੀਆਂ ਸਾਡੀਆਂ ਆਪਦੀਆਂ ਸੀ। ਅਸੀਂ ਉਹਨਾਂ ਨੂੰ ਉਹ ਚੀਜ਼ਾਂ 'ਚ ਸੈਟੀਸਫਾਈ ਨਹੀਂ ਕਰ ਸਕੇ ਜਿੱਥੇ ਲੀਪੂ ਲੇਕ ਤੇ ਕਾਲਾ ਪਾਣੀ ਦੀਆਂ ਜਿਹੜੀਆਂ ਉੱਧਰਲੇ ਏਰੀਏ ਪੈਂਦੇ ਆ, ਉਹਨਾਂ ਦੇ ਵਿੱਚ ਚਾਈਨਾ ਨੇ ਫਿਰ ਮੌਕੇ ਦੀ ਨਜ਼ਾਕਤ ਨੂੰ ਪਹਿਚਾਣਦੇ ਹੋਏ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਇੱਥੇ ਟ੍ਰੇਨ ਬਣਾ ਕੇ ਦਿਆਂਗੇ, ਇੱਥੇ ਤੁਹਾਡੀ ਸੜਕਾਂ ਬਣਾ ਦਿਆਂਗੇ। ਆਖਰ ਉਹੀ ਨੇਪਾਲ ਭਾਰਤ ਤੋਂ ਪਾਸਾ ਵੱਟ ਕੇ ਨੇਪਾਲ ਦਾ ਉਹਦੇ ਚਾਈਨਾ ਦੇ ਹੱਕ 'ਚ ਜਾ ਕੇ ਬੈਠ ਗਿਆ। ਹੁਣ ਉਹ ਸਾਰੀ ਚੀਜ਼ ਦੇ ਵਿੱਚ ਇੱਕ ਸਾਡੇ ਮੁਲਕ ਦੇ ਵਿੱਚ ਰਾਸ਼ਟਰਵਾਦ ਦੇ ਨਾਂ ਤੇ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਇੱਕ ਜਿਹੜੀਆਂ ਝੂਠ ਦੀਆਂ ਦੁਕਾਨਾਂ ਆਈਟੀ ਵਰਗ ਜਿਹੜਾ ਬਿਠਾਇਆ ਹੋਇਆ, ਜਿਹੜਾ ਕੋਈ ਸੱਚੀ ਗੱਲ ਤੁਹਾਨੂੰ ਕਰ ਨਹੀਂ ਦਿੰਦਾ। ਹੁੰਦਾ ਕੀ ਹੈ, ਯੂਨੀਵਰਸਿਟੀਆਂ ਸਾਨੂੰ ਗਿਆਨ ਨਹੀਂ ਦਿੰਦੀਆਂ, ਯੂਨੀਵਰਸਿਟੀਆਂ ਸਾਡੀ ਅਗਿਆਨਤਾ ਬਾਰੇ ਸਾਨੂੰ ਜਾਣੂ ਕਰਾਉਂਦੀਆਂ ਨੇ, ਜਿਹੜੀ ਸਾਡੇ ਕੋਲ ਗਿਆਨਤਾ ਹੁੰਦੀ ਹੈ। ਹੁਣ ਸਾਡੇ ਦੇਸ਼ ਦੇ ਵਿੱਚ ਮਾਹੌਲ ਕੀ ਬਣਿਆ ਹੋਇਆ, ਯੂਨੀਵਰਸਿਟੀਆਂ ਦੇ ਵਿੱਚ ਉਹ ਲੋਕ ਬਿਠਾਏ ਗਏ ਨੇ ਜਿਨ੍ਹਾਂ ਦੀ ਕੁਆਲੀਫਿਕੇਸ਼ਨ ਕੋਈ ਨਹੀਂ, ਪਰ ਹਾਂ ਕਿਸੇ ਕੱਟੜ ਸੋਚ ਦੇ ਨਾਲ ਉਹ ਸਮਰਥਨ ਉਹਦਾ ਕਰਦੇ ਆ, ਉਸ ਤਰੀਕੇ ਨਾਲ ਉਹ ਸਿਲੇਬਸ ਚੇਂਜ ਕਰਦੇ ਆ, ਉਸ ਤਰੀਕੇ ਦਾ ਪ੍ਰਚਾਰ ਪ੍ਰਸਾਰ ਕਰਦੇ ਆ ਤਾਂ ਜੋ ਸਾਰੀ ਦੇਸ਼ ਤੇ ਇੱਕ ਪਕੜ ਇੱਕ ਧਰਮ ਦੀ ਬਣਾਈ ਜਾ ਸਕਦੀ ਹੋਵੇ। ਸੋ ਇਹ ਜਿਹੜਾ ਮਾਹੌਲ ਬਣਿਆ ਹੋਇਆ, ਇਸ ਦੇ ਨਾਲ ਦੂਸਰੇ ਖਾਸ ਤੌਰ ਤੇ ਨੇਪਾਲ ਦੇ ਖਿਲਾਫ ਇਸ ਤਰ੍ਹਾਂ ਦਾ ਪ੍ਰਚਾਰ ਪ੍ਰਸਾਰ ਚੱਲ ਰਿਹਾ ਹੈ। ਨੇਪਾਲੀ ਹੁਣ ਕਿੰਨੇ ਲੋਕ ਆਪਣੇ ਇੱਥੇ ਕੰਮ ਕਰਦੇ ਆ ਆਪਣੇ ਘਰਾਂ 'ਚ, ਪੰਜਾਬ 'ਚ ਤਾਂ ਮੇਰੇ ਖਿਆਲ ਨਾਲ ਵੀ ਮੈਕਸੀਮਮ ਨੇਪਾਲੀ ਮੁੰਡੇ ਕੰਮ ਕਰਦੇ ਆ, ਜਾਂ ਗੜਵਈ ਕੰਮ ਕਰਦੇ ਹੁੰਦੇ ਜਾਂ ਨੇਪਾਲੀ ਕੰਮ ਕਰਦੇ ਆ। ਹੁਣ ਇਹ ਜਿਹੜੀ ਘਟਨਾ ਹੋਈ ਹੈ, ਇਹ ਘਟਨਾ ਨਾ ਤਾਂ ਕਿਸੇ ਐਮਐਲਏ ਦੀ ਹੋਈ ਹੈ, ਨਾ ਕਿਸੇ ਆਮ ਐਮਪੀ ਦੀ ਹੋਈ ਹੈ। ਸਾਡੇ ਦੇਸ਼ ਦਾ ਉਹ ਪ੍ਰਧਾਨ ਮੰਤਰੀ ਜਿਹਦੀ ਰੇਟਿੰਗ ਬਣਾਉਣ ਵਾਸਤੇ ਅਰਬਾਂ ਖਰਬਾਂ ਰੁਪਈਆ ਪਾਣੀ ਵਾਂਗੂ ਫੂਕਿਆ ਜਾ ਰਿਹਾ ਹੈ, ਉਸ ਦੇ ਆਪਣੇ ਹਲਕੇ 'ਚ ਹੋਈ ਹੈ, ਵਾਰਾਣਸੀ, ਜਿੱਥੋਂ ਉਹ ਲੋਕ ਸਭਾ ਮੈਂਬਰ ਨੇ। ਉਹਦੇ ਵਿੱਚ ਇਹ ਜਿਹੜੀਆਂ ਤਾਕਤਾਂ ਜਿਹੜੀਆਂ ਹਮੇਸ਼ਾ ਹੀ ਧਰਮ ਦੇ ਨਾਂ ਤੇ ਕਰ ਰਹੇ ਨੇ, ਉਹ ਮੁੰਡੇ ਨੂੰ ਪਹਿਲਾਂ ਤਾਂ ਕੜਾਹੇ ਜਿਹੇ 'ਚ ਬਿਠਾ ਕੇ ਉਹਦੇ ਵਾਲ ਕੱਟਦੀਆਂ ਨੇ, ਵਾਲ ਕੱਟ ਕੇ ਫਿਰ ਉਹ 'ਤੇ ਜੈ ਸ਼੍ਰੀ ਰਾਮ ਲਿਖਦੀਆਂ ਨੇ, ਫਿਰ ਉਸ ਦੀ ਕੁੱਟਮਾਰ ਵੀ ਹੁੰਦੀ ਹੈ, ਫਿਰ ਉਸ ਤੋਂ ਖਾਸ ਵਰਗ ਦੇ ਖਿਲਾਫ ਨਾਅਰੇ ਲਵਾਏ ਜਾਂਦੇ ਆ ਜਿਹੜਾ ਭਾਰਤ ਦੇ ਵਿੱਚ ਰਹਿੰਦਾ, ਫਿਰ ਉੱਥੋਂ ਦੇ ਨੇਪਾਲ ਦੀ ਸਿਆਸਤ ਜਾਂ ਸਰਕਾਰਾਂ ਦੇ ਖਿਲਾਫ ਨਾਅਰੇ ਲਵਾਏ ਜਾਂਦੇ ਆ। ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਦੇਖਣ ਨੂੰ ਜਦੋਂ ਦੇਸ਼ ਦੇ ਵਿੱਚ ਮਿਲਦੀਆਂ ਹੋਣ ਤਾਂ ਤੁਸੀਂ ਆਪਣੇ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਗੱਲ ਕਿੱਥੇ ਜਾ ਕੇ ਖੜੀ ਹੈ ਤੇ ਆਉਂਦਾ ਭਵਿੱਖ ਕਿਸ ਤਰ੍ਹਾਂ ਦਾ ਹੋਣਾ ਹੈ। ਸੋ ਪਿੰਡ ਦਾ ਕਹਿੰਦੇ ਗਹਾਰਿਆਂ ਤੋਂ ਪਤਾ ਲੱਗ ਜਾਂਦਾ ਹੈ। ਇਹ ਸਾਰੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ, ਇਹ ਸਾਡੇ ਭਵਿੱਖ ਦੇ ਪ੍ਰਤੀ ਬਹੁਤ ਚਿੰਤਾ ਪੈਦਾ ਕਰਦੀਆਂ ਨੇ। ਜੀ ਬਿਲਕੁਲ, ਆਪਣੇ ਪ੍ਰੋਗਰਾਮ ਦੇ ਵਿੱਚ ਟਾਈਮ ਪੂਰਾ ਹੈਗਾ ਆ, ਪਰ ਇੱਕ ਖਬਰ ਤੁਹਾਡੇ ਨਾਲ ਅਸੀਂ ਫਿਰ ਵੀ ਤੁਹਾਡੇ ਤੋਂ ਉਸ ਬਾਰੇ ਜਾਣਕਾਰੀ ਜ਼ਰੂਰ ਲੈ ਲਵਾਂਗੇ ਅਸੀਂ, ਡੀਟੇਲ ਦੇ ਵਿੱਚ ਨਹੀਂ ਪਰ ਬਰੀਫ ਦੇ ਵਿੱਚ ਸਾਨੂੰ ਦੱਸਿਓ ਕਿ ਉਹ ਕੀ ਹੈ, ਕਿਉਂਕਿ ਇਸ ਖਬਰ ਦੇ ਨਾਲ ਹੀ ਮਿਲਦੀ ਜੁਲਦੀ ਖਬਰ ਹੈਗੀ ਹੈ। ਮੱਧ ਪ੍ਰਦੇਸ਼ ਦੇ ਵਿੱਚ ਇੱਕ ਦਲਿਤ ਫੈਮਿਲੀ ਨੂੰ ਵੀ ਮਾਰਿਆ ਕੁੱਟਿਆ ਗਿਆ, ਵੀਡੀਓ ਬਹੁਤ ਵਾਇਰਲ ਹੋਈ ਹੈ, ਉਹ ਪਿੱਛੇ ਉਹਦੀ ਕੀ ਸੱਚਾਈ ਹੈ? ਉਹ ਵੀ ਆਹੀ ਕੁਛ ਹੈ। ਦੇਖੋ, ਦੇਸ਼ ਦੇ ਵਿੱਚ ਦਲਿਤ ਵਰਗ ਤੇ ਜਿਸ ਤਰੀਕੇ ਨਾਲ ਅਤਿਆਚਾਰ ਹੋ ਰਿਹਾ ਹੈ, ਜਿਸ ਤਰੀਕੇ ਨਾਲ ਉਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ, ਉਹਨਾਂ ਨੂੰ ਪੈਰਾਂ 'ਚ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਮੱਧ ਪ੍ਰਦੇਸ਼ ਖਾਸ ਤੌਰ ਤੇ ਕ੍ਰਾਈਮ ਦੇ ਨਾਲ ਆ ਜਿਹੜੀ ਬੈਲਟ ਹੈ, ਯੂਪੀ, ਬਿਹਾਰ, ਮੱਧ ਪ੍ਰਦੇਸ਼, ਇਹਨਾਂ ਦੇ ਨਾਮ ਬੜੇ ਜੁੜੇ ਹੋਏ ਆ। ਪਹਿਲਾਂ ਵੀ ਜਿਹੜੀਆਂ ਘਟਨਾਵਾਂ ਹੋਈਆਂ, ਹੁਣ ਐਮਪੀ ਦੇ ਵਿੱਚ ਬੀਜੇਪੀ ਦਾ ਰਾਜ ਹੈ, ਪਰ ਉੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਨੇ। ਇਹ ਹੁਣ ਉਹ ਦਲਿਤ ਵਰਗ ਵਿਚਾਰਾ ਜਿਹਨੇ ਇੱਕ ਜ਼ਮੀਨ ਇੱਕ ਖਾਸ ਵਿਅਕਤੀ ਤੋਂ, ਇਹ ਵੈਸੇ ਤਾਂ ਉੱਥੇ ਕਲੈਕਟਰ ਗਿਆ, ਉੱਥੋਂ ਦਾ ਕਲੈਕਟਰ ਜਾ ਕੇ ਕਹਿੰਦਾ ਵੀ ਤੁਸੀਂ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਿਆ ਹੈ, ਇਸ ਜ਼ਮੀਨ ਨੂੰ ਛੱਡੋ ਤੇ ਨਹੀਂ ਤੁਹਾਨੂੰ ਅਸੀਂ ਫਿਰ ਕੁੱਟ ਕੇ ਭਜਾ ਦੇਵਾਂਗੇ। ਉਹ ਬੰਦਿਆਂ 'ਚ ਬਾਅਦ 'ਚੋਂ ਪਤਾ ਲੱਗਿਆ ਕਿ ਜਿਹੜੀ ਉਹ ਜ਼ਮੀਨ ਤੇ ਵਿਚਾਰੇ ਉਹ ਬੈਠੇ ਆ, ਕਾਸ਼ਤਕਾਰ ਬੈਠੇ ਆ, ਜਿਹੜੇ ਵਿਚਾਰੇ ਉੱਥੇ ਖੇਤੀ ਕਰ ਰਹੇ ਆ, ਉਹ ਇੱਕ ਗਰੀਬ ਪਰਿਵਾਰ ਹੈ, ਉਹਨੇ ਕੋਈ ਉਹਦੇ ਤੇ ਕਬਜ਼ਾ ਨਹੀਂ ਕੀਤਾ ਹੋਇਆ, ਉਹ ਇੱਕ ਕੋਈ ਖਾਸ ਵਿਅਕਤੀ ਹੈ। ਉਹ ਬੰਦਾ ਬੜਾ ਪ੍ਰਭਾਵ ਵਾਲਾ, ਸਰਕਾਰ ਦੇ ਵਿੱਚ ਉਹਦੀ ਤੂਤੀ ਵੀ ਬੋਲਦੀ ਹੈ। ਉਹ ਇਹ ਜ਼ਮੀਨਾਂ ਇਸ ਤਰੀਕੇ ਨਾਲ ਲੈਂਦਾ ਜਾਂ ਦੱਬਦਾ, ਉਹਨਾਂ ਨੂੰ ਅੱਗੇ ਜਾ ਕੇ ਲੋਕਾਂ ਨੂੰ ਪਟੇ ਦੇ ਦਿੰਦਾ
ਉਹ ਵਿਚਾਰੇ 2 ਲੱਖ ਰੁਪਇਆ ਦੇ ਕੇ ਉਹਨਾਂ ਨੇ ਜ਼ਮੀਨ ਲਈ। ਉਧਰੋਂ ਕਲੈਕਟਰ ਸਾਹਿਬ ਆਪਣੀ ਦੂਸਰੀ ਪੁਲਿਸ ਨੂੰ ਲੈ ਕੇ ਉੱਥੇ ਪਹੁੰਚ ਗਏ। ਉਹਨਾਂ ਨੂੰ ਕਹਿੰਦੇ ਜੀ ਅਸੀਂ ਤਾਂ 2 ਲੱਖ ਦਿੱਤਾ, ਜੇਕਰ ਅਸੀਂ ਇਹ ਆਪਣੀ ਫਸਲ ਨਾ ਕੱਟੀ ਜਿਹੜੀ 2 ਮਹੀਨੇ ਤੱਕ ਆਉਣੀ ਆ ਤਾਂ ਸਾਡਾ ਤਾਂ ਅਸੀਂ ਤਾਂ ਭੁੱਖੇ ਮਰ ਜਾਵਾਂਗੇ, ਸਾਨੂੰ ਖੁਦਕੁਸ਼ੀ ਕਰਨੀ ਪਊਗੀ। ਉਸ ਗੱਲ ਤੇ ਜਿਹੜਾ ਉਹਨਾਂ ਨਾਲ ਅਣਮਨੁੱਖੀ ਤਸ਼ੱਦਦ ਹੋਇਆ, ਜਿਸ ਤਰੀਕੇ ਨਾਲ ਪੁਲਿਸ ਉਹਨਾਂ ਨੂੰ ਪਸ਼ੂਆਂ ਵਾਂਗੂ ਕੁੱਟ ਰਹੀ ਹੈ, ਔਰ ਇੱਕ ਲੇਡੀ ਪੁਲਿਸ ਦੀ ਤਸਵੀਰ ਮੀਡੀਆ ਦੇ ਵਿੱਚ ਬਹੁਤ ਛਪੀ ਹੈ ਕਿ ਉਹ ਵੀ ਉਹ ਔਰਤਾਂ ਦੇ ਲੱਤਾਂ ਮਾਰ ਰਹੀ ਹੈ। ਉਹ ਸਾਡੇ ਦੇਸ਼ ਦੀ ਮਾਨਸਿਕਤਾ ਦਿਖਾ ਰਹੀ ਹੈ। ਇਹ ਅਸਲ 'ਚ ਇਹ ਨਹੀਂ ਹੈ ਕਿ ਉਹ ਗਰੀਬਾਂ ਦੇ ਕੁੱਟ ਪੈ ਰਹੀ ਹੈ। ਦੇਸ਼ ਦੇ ਵਿੱਚ ਜਿਹੜੀ ਵਿਚਾਰੀ ਗਰੀਬ ਅਵਸਥਾ ਹੈ ਉਹਨੂੰ ਇਸ ਤਰੀਕੇ ਨਾਲ ਕੁੱਟ ਪੈ ਰਹੀ ਹੈ। ਔਰ ਵੱਡੇ ਵੱਡੇ ਜਿਹੜੇ ਰਾਜ ਘਰਾਣੇ ਨੇ ਉਹ ਹੋਟਲਾਂ ਦਾ ਇੱਕ ਦਿਨ ਦਾ ਬਿੱਲ, MLA ਜਿਹੜੇ MP ਬੈਠੇ ਆ ਰਾਜਸਥਾਨ ਦੇ, ਇਹਨਾਂ ਦਾ 10-10 20-20 ਲੱਖ ਰੁਪਏ ਦਾ ਬਿੱਲ ਆ ਰਿਹਾ ਹੈ 5 ਸਟਾਰ ਹੋਟਲਾਂ 'ਚ ਬੈਠਿਆਂ ਦਾ। ਉੱਥੇ ਵਿਚਾਰੇ ਉਸ ਗਰੀਬ ਨੂੰ ਕੁੱਟ ਤੇ ਛਿੱਤਰ ਖਾਣੇ ਪੈ ਰਹੇ ਨੇ। ਇਹ ਤੁਸੀਂ ਇਸ ਵੇਲੇ ਦੀ ਮੌਜੂਦਾ ਸਥਿਤੀ ਦੇਖ ਸਕਦੇ। ਬਿਲਕੁਲ, ਸਾਨੂੰ ਫਿਰ ਇਹੀ ਗੱਲ ਹੈ ਕਿ ਲੀਡਰਸ਼ਿਪ ਨੂੰ ਦੇਖਣ ਦੀ ਲੋੜ ਹੈ ਤੇ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਅਸੀਂ ਕੀ ਕਰ ਰਹੇ ਹੈਗੇ ਹਾਂ, ਸਰਕਾਰਾਂ ਨੂੰ ਸਮਝਣ ਦੀ ਲੋੜ ਹੈਗੀ ਹੈ। ਤੁਸੀਂ ਸਾਡੇ ਨਾਲ ਇੰਨੀ ਕੀਮਤੀ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਦੇ ਹੋ, ਉਹਦੇ ਲਈ ਤੁਹਾਡਾ ਫਿਰ ਤੋਂ ਧੰਨਵਾਦ। ਸ਼ੁਕਰੀਆ। ਬਿਲਕੁਲ, ਸਟ੍ਰੇਟ ਟਾਕ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ, ਪਰ ਅਸੀਂ ਅਗਲੀ ਵਾਰ ਫਿਰ ਹੋਰ ਖਬਰਾਂ ਦੇ ਨਾਲ, ਹੋਰ ਮੁੱਦਿਆਂ ਦੇ ਨਾਲ ਫਿਰ ਵਾਪਸ ਆਵਾਂਗੇ। ਤਦ ਤੱਕ ਤੁਸੀਂ ਦੇਖਦੇ ਰਹੋ ਸਾਂਝਾ TV। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।